ਨਮਸਕਾਰ ਦੇਸ਼ ਦੁਨੀਆ 'ਚ ਐਸਡੀਟੀਵੀ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸ਼ਮੀ ਡਾਬਰਾ ਤੇ ਮੈਂ ਹਾਂ ਜੀ ਰਣ ਬਹਾਦਰ ਸਿੰਘ। ਦੋਸਤੋ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਪ੍ਰੋਗਰਾਮ ਇਨਸਾਈਡ ਖਬਰ। ਤੇ ਇਨਸਾਈਡ ਖਬਰ ਦੇ ਵਿੱਚ ਅੱਜ ਰਾਣਾ ਜੀ ਅਸੀਂ ਚਰਚਾ ਕਰਨੀ ਆ। ਹਾਲਾਂਕਿ ਕਿਸਾਨੀ ਅੰਦੋਲਨ ਬੜੇ ਜ਼ੋਰਾਂ ਤੇ ਚੱਲ ਰਿਹਾ ਇਸ ਟਾਈਮ। 7 ਮੀਟਿੰਗਾਂ ਹੋਣ ਦੇ ਬਾਵਜੂਦ ਸਰਕਾਰ ਨਾਲ ਕੋਈ ਮਤਲਬ ਨਹੀਂ ਨਿਕਲਿਆ, ਕੋਈ ਹਾਲੇ ਤੱਕ ਫੈਸਲਾ ਨਹੀਂ ਹੋ ਪਾਇਆ। ਲੇਕਿਨ ਅੱਜ ਅਸੀਂ ਸ਼ੁਰੂਆਤ ਕਰਨੀ ਹੈ ਤੁਹਾਨੂੰ ਕੀ ਲੱਗਦਾ ਜੀ ਹੋ ਜੂ ਫੈਸਲਾ ਕੋਈ? ਬਿਲਕੁਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰਾਂਗੇ ਤੁਹਾਡੇ ਨਾਲ ਇਸ ਬਾਰੇ, ਫੈਸਲਾ ਹੋ ਜੂਗਾ ਕੁਝ ਨਹੀਂ। ਲੇਕਿਨ ਅੱਜ ਲੋਕਾਂ ਦੀ ਬੜੀ ਤਮੰਨਾ ਹੈ, ਬੜੀ ਆਸ ਹੈ, ਸਾਡੀ ਵੀ ਆਸ ਲੈ ਕੇ ਆਂਦੀ ਹੈ ਅਸੀਂ ਕਿ ਕੋਈ ਨਾ ਕੋਈ ਐਦਾਂ ਦੀ ਖਬਰ ਹੋਵੇ ਜਿਹੜੀ ਕਿਸਾਨਾਂ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ, ਦੇਸ਼ ਦੇ ਲੋਕਾਂ ਵਾਸਤੇ ਪੋਜ਼ਿਟਿਵ ਹੋਵੇ ਤੇ ਅਸੀਂ ਉਹਦੇ ਤੇ ਚਰਚਾ ਬਿਲਕੁਲ ਚਰਚਾ ਕਰੀਏ। ਲੇਕਿਨ ਮੈਨੂੰ ਲੱਗਦਾ ਵੀ ਇਹ ਹਲੇ ਜਿਹੜਾ ਹੈਗਾ ਵਧੀ ਜਾਣਾ ਹੈ। ਹਾਲੇ ਤਾਂ 8 ਤਰੀਕ ਨੂੰ ਇੱਕ ਹੋਰ ਮੀਟਿੰਗ ਹੈ, ਉਸ ਤੋਂ ਬਾਅਦ ਮੀਟਿੰਗਾਂ ਦਾ ਦੌਰ ਸ਼ਾਇਦ ਚੱਲਣਾ, ਕਿਉਂਕਿ ਕਿਸਾਨਾਂ ਨੇ ਵੀ 26 ਜਨਵਰੀ ਤੱਕ ਆਪਣਾ ਪ੍ਰੋਗਰਾਮ ਲੀਕ ਲਿਆ। ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ ਬਾਅਦ ਦੇ ਵਿੱਚੋਂ। ਲੇਕਿਨ ਮੈਂ ਅੱਜ ਜਿਹੜੀ ਸ਼ੁਰੂਆਤ ਕਰਨੀ ਚਾਹੁੰਦਾ ਰਾਣਾ ਜੀ, ਉਹ ਕਰਨੀ ਚਾਹੁੰਦਾ ਜੀ ਕਰੋਨਾ ਵੈਕਸੀਨ ਤੋਂ। ਹੁਣ ਭਾਰਤ ਸਰਕਾਰ ਨੇ ਵੀ ਕਹਿ ਦਿੱਤਾ ਕਿ ਕਰੋਨਾ ਦੇ ਇੰਜੈਕਸ਼ਨਸ ਜਿਹੜੇ ਆ ਲੱਗਣੇ ਸ਼ੁਰੂ ਹੋ ਜਾਣਗੇ। 3 ਦੌਰ ਦੇ ਵਿੱਚ ਇੰਜੈਕਸ਼ਨ ਲੱਗਣਗੇ ਤੇ ਸਭ ਤੋਂ ਪਹਿਲਾ ਜਿਹੜਾ ਦੌਰ ਹੈ ਉਹ ਹੈਲਥ ਵਰਕਰਸ ਦੇ ਉੱਤੇ ਇਹ ਅਜਮਾਇਆ ਜਾਏਗਾ ਤੇ ਉਹਨਾਂ ਨੂੰ ਲਗਾਇਆ ਜਾਏਗਾ। ਲੇਕਿਨ ਦੂਸਰੇ ਪਾਸੇ ਕਿਹਾ ਜਾ ਰਿਹਾ ਹੈ ਕਿ ਇਹ ਹਲੇ ਸਿਰਫ ਟਰਾਇਲ ਹੋਏਗੀ। ਰਾਣਾ ਜੀ ਇੱਕ ਕੰਟਰੋਵਰਸੀ ਪੈਦਾ ਹੋ ਗਈ। ਇੰਜੈਕਸ਼ਨ ਲਗਾਉਣਾ ਹੋਰ ਚੀਜ਼ ਹੈ, ਇੰਜੈਕਸ਼ਨ ਦਾ ਟਰਾਇਲ ਕਰਨਾ ਹੋਰ ਚੀਜ਼ ਹੈ। ਇਹ ਕੰਟਰੋਵਰਸੀ ਬਾਰੇ ਕੀ ਕਹੋਗੇ? ਦਾਵੜਾ ਜੀ ਬੜਾ ਕਲਟਡ ਮੈਟਰ ਹੋ ਗਿਆ ਹੈ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਦੇਖੋ ਕੋਈ ਵੀ ਨਾ ਤਾਂ ਵਾਇਰੋਲੋਜੀ ਦਾ, ਡਰੱਗਸ ਦਾ ਐਕਸਪਰਟ ਮੈਂ ਨਾ ਤੁਸੀਂ ਬਿਲਕੁਲ, ਤੇ ਨਾ ਕੋਈ ਵੀ ਬੰਦਾ ਹੋ ਸਕਦਾ। ਉਹ ਜਿਹੜੇ ਐਕਸਪਰਟ ਨੇ ਉਹੀ ਨੇ। ਸਾਡਾ ਕੰਮ ਇੰਨਾ ਕੁ ਹੁੰਦਾ ਹੈ ਕਿ ਅਸੀਂ ਇੱਕ ਅੱਧੀ ਅਖਬਾਰ ਪੜ੍ਹ ਲੈਣੀ ਹੈ, ਕਿਤੇ ਫੇਸਬੁੱਕ ਤੇ ਦੇਖ ਲੈਣਾ, ਕੋਈ ਤੁਹਾਡੇ ਵਰਗੇ ਮਿੱਤਰ ਸੱਜਣ ਨੇ ਕੋਈ ਸੁਨੇਹਾ WhatsApp ਤੇ ਭੇਜਿਆ ਹੁੰਦਾ ਗੁੱਡ ਮਾਰਨਿੰਗ ਨਾਲ, ਉਹ ਪੜ੍ਹ ਲੈਣਾ। ਕੋਈ ਹੱਟੀ ਭੱਠੀ ਤੇ ਕੋਈ ਜਾ ਕੇ ਅਖਬਾਰ ਪੜ੍ਹ ਲੈਣੀ, ਕਿਸੇ ਮਿੱਤਰ ਦੋਸਤ ਨਾਲ ਚਰਚਾ ਕਰ ਲੈਣੀ, ਤੇ ਉਹ ਜਿਹੜੀ ਇਨਫੋਰਮੇਸ਼ਨ ਕਲੈਕਟ ਹੁੰਦੀ ਹੈ ਉਹਦੇ ਚੋਂ ਇੱਦਾਂ ਦਾ ਕੁਝ ਕੱਢਣ ਦੀ ਕੋਸ਼ਿਸ਼ ਕਰੀਦੀ ਹੈ ਕਿ ਜਿਹੜਾ ਸਾਰਥਕ ਹੋਵੇ, ਜਿਹੜਾ ਆਥੈਂਟਿਕ ਹੋਵੇ। ਕਿਉਂਕਿ ਅੱਜ ਕੱਲ੍ਹ WhatsApp ਯੂਨੀਵਰਸਿਟੀ ਦਾ ਜ਼ਮਾਨਾ ਵੀ ਹੈ ਜੀ। ਕੋਈ ਨਾ ਕੋਈ ਇੱਦਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਕਿ ਤੁਸੀਂ ਉਹਨੂੰ ਬਿਨਾਂ ਸੋਚੇ ਅੱਗੇ ਫਾਰਵਰਡ ਕਰ ਦੇਣਾ ਹੁੰਦਾ, ਜਿਹਨੂੰ ਰਿਊਮਰਸ ਕਹਿ ਸਕਦੇ ਹੋ, ਅਫਵਾਹਾਂ ਜ਼ਿਆਦਾ ਹੁੰਦੀਆਂ ਨੇ। ਬਿਲਕੁਲ। ਸੋ ਇਹਦੇ ਚੋਂ ਇਹ ਚੀਜ਼ ਕੱਢਣੀ ਕਿ ਕੀ ਸਹੀ ਹੈ ਕੀ ਗਲਤ ਹੈ। ਅੱਜ ਕੱਲ੍ਹ ਦੇ ਜ਼ਮਾਨੇ 'ਚ ਬੜਾ ਔਖਾ ਜਾਂ ਤੁਹਾਡੇ ਕੋਲ ਇੰਨੀ ਇਨਫੋਰਮੇਸ਼ਨ ਰੋਜ਼ ਆਉਂਦੀ ਹੈ ਕਿ ਤੁਸੀਂ ਕਈ ਵਾਰ ਡਿਲੀਟ ਕਰਨ ਦਾ ਵੀ ਤੁਹਾਨੂੰ ਟਾਈਮ ਨਹੀਂ ਮਿਲਦਾ। ਤੇ ਉਹ 'ਚੋਂ ਰਿਲੇਵੈਂਟ ਇਨਫੋਰਮੇਸ਼ਨ ਕਿੰਨੀ ਕੁ ਲੋਕਾਂ ਵਾਸਤੇ, ਸਾਡੇ ਵਾਸਤੇ, ਤੇ ਆਥੈਂਟਿਕ ਕਿੰਨੀ ਹੈ, ਉਹ ਕੱਢਣੀ ਬੜੀ ਔਖੀ ਹੁੰਦੀ। ਫਿਰ ਵੀ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਵੱਖ-ਵੱਖ ਸੋਮਿਆਂ ਤੋਂ ਗਿਆਨ ਜਿਹੜਾ ਹੈ ਉਹ ਲੈ ਕੇ ਇਕੱਠਾ ਕਰਕੇ ਤੁਹਾਡੇ ਨਾਲ ਜਿਹੜਾ ਹੈ ਉਹ ਸਾਂਝਾ ਕਰੀਏ। ਤੁਹਾਡੇ ਕਮੈਂਟਸ ਵੀ ਸਾਨੂੰ ਜਿਹੜੇ ਹੈ ਉਹ ਆਉਣ ਤੇ ਉਹਦੇ ਨਾਲ ਵੀ ਅਸੀਂ ਜਿਹੜਾ ਹੈ ਆਪਣੇ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਵਧੀਆ ਬਣਾ ਸਕਦੇ ਹਾਂ। ਬਿਲਕੁਲ, ਤਾਂ ਹੀ ਕਰਕੇ ਦੋਸਤੋ ਅਸੀਂ ਬੜੀ ਜਲਦੀ ਇਹ ਪ੍ਰੋਗਰਾਮ ਫੋਨ ਇਨ ਕਾਲ ਕਰ ਰਹੇ ਹਾਂ। ਤੁਸੀਂ ਆਪਣੀਆਂ ਫੋਨ ਕਾਲਸ ਰਾਹੀਂ ਵੀ ਸਾਡੇ ਨਾਲ ਰਾਬਤਾ ਕੰਮ ਕਰ ਸਕੋਗੇ। ਬਸ ਥੋੜ੍ਹੇ ਦੇਰ ਦੀ ਗੱਲ ਹੋ ਰਹੀ ਹੈ, ਲੇਕਿਨ ਉਸ ਤੋਂ ਬਾਅਦ ਅਸੀਂ ਦਰਸ਼ਕਾਂ ਨੂੰ ਆਪਣਿਆਂ ਨੂੰ ਵੀ ਸੰਮਿਲਿਤ ਕਰਿਆ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਲੇਕਿਨ ਗੱਲ ਚੱਲ ਰਹੀ ਹੈ ਕਰੋਨਾ ਵੈਕਸੀਨ ਦੀ। ਦਾਵੜਾ ਜੀ ਜਿੱਥੋਂ ਤੱਕ ਜਦੋਂ ਮੈਂ ਪੜ੍ਹਦਾ ਹਾਂ ਬੜਾ ਕੁਛ ਹੈ, ਜਿੱਦਾਂ ਮੈਂ ਤੁਹਾਨੂੰ ਕਿਹਾ, ਜਿਹੜਾ ਕਿ ਡੀਕਲਟਰ ਕਰਨਾ ਬੜਾ ਔਖਾ ਹੁੰਦਾ। ਵੈਕਸੀਨ ਜਿਹੜੀ ਦੁਨੀਆ 'ਚ ਬਣਾਈ ਜਾਂਦੀ ਹੈ ਕਿਸੇ ਵੀ ਬਿਮਾਰੀ ਨੂੰ ਲੈ ਕੇ, ਉਹ ਕਈ ਸਿਧਾਂਤਾਂ 'ਤੇ ਕੰਮ ਕਰਦੀ ਜੀ। ਪਹਿਲਾਂ ਤਾਂ ਉਹਦਾ ਇਹ ਦੇਖਣਾ ਪੈਂਦਾ ਹੈ ਕਿ ਉਹ ਤੁਸੀਂ ਜਿਹੜੀ ਵੈਕਸੀਨ ਬਣਾਉਣੀ ਹੈ ਉਹਦਾ ਜਿਹੜਾ ਪ੍ਰੀ ਕਲੀਨਿਕਲ ਸਟੇਜ ਹੁੰਦੀ ਹੈ ਉਹਦੇ 'ਚ ਕਿ ਉਹ ਵੈਕਸੀਨ ਕਿਸ ਰੂਪ 'ਚ ਜਿਹੜੀ ਹੈ ਉਹ ਲੋਕਾਂ ਨੂੰ ਦੇਣੀ ਹੈ। ਤੁਸੀਂ ਐਜ਼ ਏ ਟੇਬਲੇਟ ਦੇਣੀ ਹੈ ਜਾਂ ਐਜ਼ ਏ ਇੰਜੈਕਸ਼ਨ ਦੇਣੀ ਹੈ ਜਾਂ ਤੁਸੀਂ ਓਰਲੀ ਦੇਣੀ ਹੈ। ਇਹ ਜਿਹੜਾ ਹੈ ਪ੍ਰੀ ਕਲੀਨਿਕਲ ਸਟੇਜ ਹੁੰਦੀ ਹੈ ਜਿਹਦੇ 'ਚ ਤੁਸੀਂ ਇਹ ਦੇਖਣਾ ਹੁੰਦਾ ਹੈ ਕਿ ਉਹ ਕਿਸ ਰੂਪ 'ਚ ਦੇਣੀ ਹੈ ਤੇ ਉਹਦੀ ਡੋਜ਼ ਕਿੰਨੀ ਹੈ। ਇਹ ਪ੍ਰੀ ਕਲੀਨਿਕਲ ਸਟੇਜ ਹੁੰਦੀ ਹੈ। ਬਿਲਕੁਲ। ਉਹ ਤੋਂ ਬਾਅਦ ਜਿਹੜੀ ਹੈ ਇਹਦੀ ਕਲੀਨਿਕਲ ਸਟੇਜ ਚੱਲਦੀ ਹੈ ਜੀ, ਜਿਹਦੇ 'ਚ ਤੁਸੀਂ ਇਹ ਵੈਕਸੀਨ ਨੂੰ ਜਿਹੜਾ ਹੈ ਟੈਸਟ ਕਰਨਾ ਹੁੰਦਾ। ਬਿਲਕੁਲ। ਮਨੁੱਖਾਂ 'ਤੇ ਪ੍ਰੀ ਕਲੀਨਿਕਲ ਸਟੇਜ ਤੁਸੀਂ ਡੋਜ਼ ਦੇ ਨਾਲ ਉਹਦੀ ਮਾਤਰਾ ਦੇ ਨਾਲ ਉਹਨਾਂ ਨੂੰ ਜਾਨਵਰਾਂ 'ਤੇ ਵੀ ਜਿਹੜਾ ਹੈ ਉਹ ਟੈਸਟ ਕਰਦੇ ਹੋ ਕਿ ਜਾਨਵਰਾਂ 'ਚ ਜਿਨ੍ਹਾਂ ਨੂੰ ਕਿ ਉਹ ਰੋਗ ਲੱਗਣ ਦਾ ਖਦਸ਼ਾ ਹੈ ਜਾਂ ਲੱਗ ਸਕਦਾ ਹੈ ਉਹਦੇ 'ਚ ਉਹ ਕਿੰਨੀ ਕੁ ਕਾਰਗਰ ਜੀ। ਜਦੋਂ ਜਾਨਵਰਾਂ 'ਤੇ ਸਕਸੈਸਫੁਲ ਹੋ ਗਈ, ਉਹਦੀ ਡੋਜ਼ ਜਿਹੜੀ ਹੈ ਉਹ ਬਣ ਗਈ ਕਿ ਇੰਨੀ ਡੋਜ਼ ਅਸੀਂ ਬਾਇਆ ਇੰਜੈਕਸ਼ਨ ਦੇਣੀ ਹੈ ਜਾਂ ਟੈਬਲੇਟ ਦੇਣੀ ਹੈ, ਕਿਸ ਰੂਪ 'ਚ ਦੇਣੀ ਹੈ, ਫਿਰ ਉਹਦਾ ਕਲੀਨਿਕਲ ਟਰਾਇਲ ਚੱਲਦਾ ਹੈ ਜੀ। ਉਹਨਾਂ ਨੂੰ ਮਨੁੱਖਾਂ 'ਤੇ ਟੈਸਟ ਕੀਤਾ ਜਾਂਦਾ ਹੈ। ਬਿਲਕੁਲ। ਉਹਦੇ 3 ਸਟੇਜ ਹੁੰਦੇ ਆ, ਫਸਟ ਸਟੇਜ, ਸੈਕੰਡ, ਥਰਡ। ਫਸਟ ਸਟੇਜ ਜਿਹੜਾ ਹੈ ਉਹਦੀ ਤੁਸੀਂ ਦੇਖਿਆ ਜਾਂਦਾ ਹੈ ਕਿ ਉਹ ਆਦਮੀ 'ਤੇ ਕਿੰਨਾ ਕੁ ਅਸਰ ਕਰਦੀ ਹੈ, ਉਹਦੇ ਇਮਿਊਨ ਸਿਸਟਮ ਨੂੰ ਜਿਹੜਾ ਹੈ ਉਹ ਕਿੱਦਾਂ ਡਿਵੈਲਪ ਕਰਦੀ ਹੈ, ਜਿਹਨੂੰ ਅਸੀਂ ਐਂਟੀਬਾਡੀਜ਼ ਕਹਿੰਦੇ, ਉਹਦੇ 'ਚ ਡਿਵੈਲਪ ਕਰਦੀ ਹੈ ਕਿਸੇ ਬਿਮਾਰੀ ਦੇ ਪ੍ਰਤੀ। ਬਿਲਕੁਲ। ਉਹਦੇ ਸਾਈਡ ਇਫੈਕਟਸ ਕੀ ਹੈ ਤੇ ਉਹਦੀ ਐਫੀਕੇਸੀ ਕਿੰਨੀ ਹੈ, ਯਾਨੀ ਕਿ ਉਹ ਕਿੰਨੀ ਕੁ ਕਾਮਯਾਬ ਹੁੰਦੀ ਹੈ। ਜੇ ਤੁਸੀਂ 100 ਬੰਦਿਆਂ ਨੂੰ ਦਿੱਤੀ, ਉਹਦਾ ਵੀ ਇੱਕ ਆਪਣਾ ਵੱਖਰਾ ਫਾਰਮੂਲਾ ਹੈ ਕਿ ਉੱਦਾਂ ਐਫੀਕੇਸੀ ਕਿੱਦਾਂ ਟੈਸਟ ਕਰਦੇ ਆ ਕਿ 100 ਬੰਦਿਆਂ 'ਚ ਤੁਸੀਂ ਟਰਾਇਲ ਕੀਤਾ, ਕਿੰਨੇ ਬੰਦਿਆਂ ਨੂੰ ਉਹ ਬਿਮਾਰੀ ਲੱਗਣ ਦੇ ਚਾਂਸ ਨਹੀਂ। ਬਿਲਕੁਲ। ਸੋ ਇਹ ਟਰਾਇਲ ਹੁੰਦੇ ਆ। ਫਸਟ ਸਟੇਜ 'ਤੇ ਤੁਸੀਂ ਇੱਕ ਲਿਮਿਟਡ ਬੰਦਿਆਂ 'ਤੇ ਉਹਨੂੰ ਟੈਸਟ ਕਰਦੇ ਹੋ। ਬਿਲਕੁਲ। ਫਿਰ ਤੁਸੀਂ ਸੈਕੰਡ ਸਟੇਜ 'ਚ ਉਹਨੂੰ ਹੋਰ ਜ਼ਿਆਦਾ ਉਹਦਾ ਦਾਇਰਾ ਵੱਡਾ ਕਰਦੇ ਹੋ,
ਉਹਨੂੰ ਵੱਖਰੇ ਵੱਖਰੇ ਭੂਗੋਲਿਕ ਏਰੀਆ 'ਚ ਵੱਖਰੀਆਂ ਵੱਖਰੀਆਂ ਨਸਲਾਂ 'ਚ ਵੱਖਰੇ ਵੱਖਰੇ ਏਜ ਗਰੁੱਪ 'ਚ ਲੈ ਕੇ ਜਾਂਦੇ ਹੋ। ਫਿਰ ਤੀਜਾ ਸਟੇਜ ਜਿਹੜਾ ਹੁੰਦਾ ਹੈ ਉਹ ਹੋਰ ਵੀ ਵੱਡਾ ਸਟੇਜ ਹੁੰਦਾ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ 'ਤੇ ਟੈਸਟ ਕਰਕੇ ਦੇਖਣਾ ਕਿ ਉਹਦੀ ਸਾਈਡ ਇਫੈਕਟਸ ਕੀ ਹੈ, ਉਹਦੀ ਐਫੀਕੇਸੀ ਕਿੰਨੀ ਹੈ। ਉਹ ਡਾਟਾ ਤੁਹਾਡੇ ਕੋਲ ਜਦੋਂ ਆ ਜਾਂਦਾ ਹੈ ਫਿਰ ਜਿਹੜੀ ਹੈ ਉਹ ਅਪਰੂਵਲ ਵਾਸਤੇ ਆਉਂਦੀ ਹੈ ਜੀ। ਦੁਨੀਆ 'ਚ ਮੋਡਰਨਾ ਨੇ ਜਿਹੜੀ ਹੈ ਵੈਕਸੀਨ ਡਿਵੈਲਪ ਕਰ ਲਈ ਹੈ, ਫਾਈਜ਼ਰ ਨੇ ਡਿਵੈਲਪ ਕਰ ਲਈ ਹੈ, ਇੱਕ ਕੋਵਿਸ਼ੀਲਡ ਹੈ ਜਿਹੜੀ ਕਿ ਉਹਨੂੰ ਆਕਸਫੋਰਡ ਯੂਨੀਵਰਸਿਟੀ ਤੇ ਐਸਟਰਾਜੈਨੇਕਾ ਨੇ ਡਿਵੈਲਪ ਕੀਤੀ ਹੈ। ਉਹਨੂੰ ਵੀ ਜਿਹੜੀ ਹੈ ਮਾਨਤਾ ਮਿਲ ਗਈ ਹੈ ਕਿਉਂਕਿ ਉਹਨਾਂ ਨੇ ਫਸਟ ਸਟੇਜ ਵੀ, ਸੈਕੰਡ ਵੀ ਤੇ ਥਰਡ ਵੀ ਜਿਹੜੀ ਹੈ ਉਹ ਪੂਰੀ ਕਰ ਲਈ ਹੈ। ਉਹਦਾ ਡਾਟਾ ਉਹਨਾਂ ਕੋਲ ਆ ਗਿਆ ਤੇ ਵੱਖ-ਵੱਖ ਦੇਸ਼ਾਂ ਦੀ ਜਿਹੜੀਆਂ ਰੈਗੂਲੇਟਰੀ ਅਥਾਰਟੀਜ਼ ਹੈ ਉਹਨਾਂ ਨੇ ਉਹਨਾਂ ਨੂੰ ਪ੍ਰਵਾਨਗੀ ਦੇ ਦਿੱਤੀ। ਬਿਲਕੁਲ ਅਪਰੂਵਲ ਹੋ ਗਈ। ਭਾਰਤ ਤੱਕ ਜਿੱਥੇ ਤੱਕ ਸੰਬੰਧ ਹੈ ਜੀ, ਭਾਰਤ ਦਾ ਇਹ ਜਿੱਦਾਂ ਤੁਸੀਂ ਕਿਹਾ ਕੰਟਰੋਵਰਸੀ ਹੋਈ ਹੈ, ਇਸ ਕਰਕੇ ਹੋਈ ਹੈ ਕਿ ਇਹਦੇ ਕਈ ਕਾਰਨ ਹੈ। ਇੱਕ ਤਾਂ ਇਹਦੇ 'ਚ ਕਾਹਲ ਜਿਹੜੀ ਹੈ, ਅਸੀਂ ਪਹਿਲਾਂ ਵੀ ਦੇਖਿਆ ਸੀ ਪਿਛਲੇ ਸਾਲ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ 15 ਅਗਸਤ ਤੱਕ ਅਸੀਂ ਵੈਕਸੀਨ ਤਿਆਰ ਕਰ ਦੇਣੀ। ਬਿਲਕੁਲ ਉਸ ਵੇਲੇ ਜਿਹੜੀ ਡੈਡਲਾਈਨ ਪ੍ਰਧਾਨ ਮੰਤਰੀ ਜੀ ਨੇ ਦੇ ਦਿੱਤੀ ਸੀ ਉਹਦੀ ਵੀ ਕਾਫੀ ਆਲੋਚਨਾ ਹੋਈ ਸੀ ਕਿ ਤੁਸੀਂ ਬਿਮਾਰੀ ਨੂੰ ਲੈ ਕੇ, ਬਿਮਾਰੀ ਦੀ ਦਵਾਈ ਨੂੰ ਲੈ ਕੇ ਇੱਕ ਡੈਡਲਾਈਨ ਨਹੀਂ ਦੇ ਸਕਦੇ ਕਿ ਇਸ ਤਰੀਕ ਤੱਕ ਅਸੀਂ ਤਿਆਰ ਕਰਨੀ ਹੈ। ਇਹਦਾ ਮਤਲਬ ਹੈ ਤੁਸੀਂ ਕਿਸੇ ਨਾ ਕਿਸੇ ਕਾਹਲੀ 'ਚ ਕੋਈ ਨਾ ਕੋਈ ਸਟੈਪ ਜਿਹੜਾ ਹੈ ਉਹ ਛੱਡ ਜਾਓਗੇ ਕਿ ਅਸੀਂ 15 ਤਰੀਕ ਤੱਕ ਡੈਡਲਾਈਨ ਦੇ ਦਿੱਤੀ ਹੈ ਤੇ ਅਸੀਂ ਉਦੋਂ ਤੱਕ ਦੇਣੀ ਹੈ। ਸੋ ਇਹ ਜਿਹੜੀ ਵੈਕਸੀਨ ਕੋਵੈਕਸੀਨ ਹੈ ਹੁਣ ਜਿਹੜੀ ਕਿ ਭਾਰਤ ਬਾਇਓਟੈਕਨੋਲੋਜੀ, ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਤੇ ICMR ਜਿਹੜੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਹੈ ਇਹਨਾਂ ਨੇ ਤਿਆਰ ਕੀਤੀ ਹੈ ਜੀ। ਇਹਦੇ 2 ਸਟੇजेस ਪੂਰੇ ਹੋ ਗਏ ਆ ਕਲੀਨਿਕਲ ਟ੍ਰਾਇਲ ਦੇ, ਤੀਜਾ ਸਟੇਜ ਅਜੇ ਚੱਲ ਰਿਹਾ ਹੈ। ਬਿਲਕੁਲ ਪਰ ਗਵਰਨਮੈਂਟ ਨੇ ਇਹਨੂੰ ਮਾਨਤਾ ਦੇ ਦਿੱਤੀ ਹੈ ਤੇ ਵਿਗਿਆਨੀਆਂ ਦਾ ਕਹਿਣਾ ਇਹ ਹੈ ਕਿ ਤੁਸੀਂ ਇਹਨੂੰ ਕਾਹਲੀ 'ਚ ਮਾਨਤਾ ਦੇ ਦਿੱਤੀ ਹੈ ਜੀ। ਇਹਦਾ ਹਜੇ ਇੱਕ ਸਟੈਪ ਜਿਹੜਾ ਲਾਸਟ ਸਟੈਪ ਹੈ ਉਹ ਪੂਰਾ ਨਹੀਂ ਹੋਇਆ। ਉਹਦੀ ਟ੍ਰਾਇਲ ਹੋਈ ਨਹੀਂ। ਕਿੱਦਾਂ ਦਾ ਡਾਟਾ ਆਣਾ, ਉਹਦਾ ਲੋਕਾਂ ਦੇ ਕਿੱਦਾਂ ਦਾ ਅਸਰ ਹੋਣਾ, ਉਹਨੂੰ ਤੁਸੀਂ ਜੇ ਆਣ ਲੈਣ ਦਿੰਦੇ ਤਾਂ ਉਹ ਚੰਗਾ ਸੀ। ਇਹ ਆਤਮ ਨਿਰਭਰਤਾ ਦੇ ਚੱਕਰ 'ਚ ਜਾਂ ਆਪਣੀ ਪੋਲੀਟੀਕਲ ਅਪਮੈਨਸ਼ਿਪ ਦੇ ਚੱਕਰ 'ਚ ਤੁਸੀਂ ਜਿਹੜਾ ਹੈ ਇਹਨੂੰ ਬਹੁਤ ਕਾਹਲੀ ਨਾਲ ਮਾਨਤਾ ਦੇ ਦਿੱਤੀ ਹੈ, ਜਿਸ ਕਰਕੇ ਕੰਟਰੋਵਰਸੀ 'ਚ ਹੈ। ਅਸੀਂ ਇਹ ਵੀ ਸੁਣ ਰਹੇ ਹਾਂ ਕਿ ਜੇ ਅਸੀਂ ਫੋਰਨ ਦੀ ਗੱਲ ਕਰੀਏ, ਬ੍ਰਿਟਨ ਦੇ ਵਿੱਚ ਵੀ ਦੁਬਾਰਾ ਜਿਹੜਾ ਹੈਗਾ ਇਸ ਟਾਈਮ ਲਾਕਡਾਊਨ ਸ਼ੁਰੂ ਹੋ ਗਿਆ, ਲੇਕਿਨ ਉੱਥੇ ਵੈਕਸੀਨ ਲਗਾਏ ਜਾ ਰਹੇ ਹੈ ਔਰ ਕਈ ਜਗ੍ਹਾ ਤੋਂ ਰਿਪੋਰਟਸ ਆ ਰਹੀ ਸੀ ਵੀ ਕਿਸੇ ਵਿਅਕਤੀ ਦੇ ਉੱਤੇ ਇਹ ਰਿਐਕਟ ਕਰ ਰਹੀ ਹੈ, ਕਿਸੇ ਵਿਅਕਤੀ ਤੇ। ਲੇਕਿਨ ਅਸੀਂ ਜੇ 100 ਦੇ ਮਗਰ ਅਸੀਂ 5 ਵਿਅਕਤੀਆਂ ਨੂੰ ਸੋਚੀਏ ਵੀ ਰਿਐਕਟ ਕਰ ਵੀ ਰਹੀ ਹੈ ਤਾਂ ਅਸੀਂ 95% ਨੂੰ ਬਹੁਤ ਵੱਡੀ ਮੰਨਦੇ ਵੀ ਐਫੀਸ਼ੀਐਂਟ ਹੈ ਇਹ ਮੈਡੀਸਨ, ਇਹ ਵੈਕਸੀਨ। ਦੇਖੋ ਇਹੀ ਤੇ ਡਾਟਾ ਦੀ ਉਡੀਕ ਹੈ ਨਾ ਜੀ। ਤੁਹਾਡੇ ਥਰਡ ਸਟੇਜ ਤੇ ਤੁਹਾਡਾ ਜਿਹੜਾ ਹੈ ਡਾਟਾ ਤੁਸੀਂ ਪਹਿਲਾਂ ਲਿਮਿਟਡ ਬੰਦਿਆਂ ਤੇ ਲਾਉਂਦੇ ਹੋ, ਫਿਰ ਜਦੋਂ ਵੱਡੇ ਦਾਇਰੇ 'ਚ ਉਹਦੇ ਲਾਉਂਦੇ ਹੋ ਉਹਦਾ ਡਾਟਾ ਕੀ ਆਉਂਦਾ ਹੈ, ਉਹਨਾਂ ਨੂੰ ਇਫੈਕਟ ਕਰਦੀ ਹੈ ਤੇ ਕਿੰਨੇ ਕੁ ਸੀਰੀਅਸਲੀ ਇਫੈਕਟ ਕਰਦੀ ਹੈ, ਕਿੰਨੀ ਦੇਰ ਬਾਅਦ ਇਫੈਕਟ ਕਰਦੀ ਹੈ। ਭਾਵੇਂ ਕਿ ਸਰਕਾਰ ਨੇ ਕਿਹਾ ਹੈ ਕਿ ਇਹਨੂੰ ਅਸੀਂ ਮਨਜ਼ੂਰੀ ਸਿਰਫ ਰੈਸਟ੍ਰਿਕਟਡ ਐਮਰਜੈਂਸੀ ਯੂਜ਼ ਵਾਸਤੇ ਦਿੱਤੀ ਹੈ। ਰੈਸਟ੍ਰਿਕਟਡ ਐਮਰਜੈਂਸੀ ਯੂਜ਼ ਕਿ ਥੋੜੀ ਮਾਤਰਾ 'ਚ ਐਮਰਜੈਂਸੀ ਯੂਜ਼ ਵਾਸਤੇ ਦੇਣੀ ਆ। ਭਾਵੇਂ ਕਿ ਗੱਲ ਸਹੀ ਹੈ ਕਿ ਬਹੁਤ ਵੱਡੀ ਇਹ ਬਿਮਾਰੀ ਹੈ ਜਿੱਦਾਂ ਦੀ ਅੱਜ ਤੱਕ ਪਹਿਲਾਂ ਜਿਹੜੀ ਹੈ ਉਹ ਨਹੀਂ ਦੇਖੀ ਗਈ ਜੀ, ਤੇ ਇਹਦੇ ਵਾਸਤੇ ਜਿਹੜੇ ਹੈ ਸਟੈਪਸ ਵੀ ਇਦਾਂ ਦੇ ਚਾਹੀਦੇ ਜਿਹੜੇ ਅਜੇ ਤੱਕ ਉਹਨਾਂ ਨੂੰ ਜਿਹੜਾ ਬਾਈਪਾਸ ਕੀਤਾ ਜਾ ਸਕਦਾ, ਕਿਉਂਕਿ ਬੜੀ ਐਮਰਜੈਂਸੀ ਹੈ, ਬਹੁਤ ਸਾਰੇ ਲੋਕ ਅਫੈਕਟ ਹੋ ਰਹੇ ਆ। ਜੇ ਸਰਕਾਰ ਨੇ ਕੀਤਾ ਹੈ ਪਰ ਚੰਗਾ ਹੁੰਦਾ ਤੇ ਟਰਾਂਸਪੇਰੈਂਟ ਤਰੀਕੇ ਨਾਲ ਕਰਦੇ। ਉਹ ਜਿਹੜਾ ਡਾਟਾ ਹੈ ਉਹ ਅਜੇ ਤੱਕ ਆਇਆ ਨਹੀਂ ਹੈ। ਪਹਿਲਾਂ ਵੀ ਇਹਨਾਂ ਦੀ ਆਪਸੀ ਕੰਟਰੋਵਰਸੀ ਵੀ ਹੋਈ ਕੋਵਿਸ਼ੀਲਡ ਔਰ ਕੋਵੈਕਸੀਨ ਵਾਲਿਆਂ ਦੀ। ਕੋਵਿਸ਼ੀਲਡ ਜਿਹੜੀ ਐਸਟਰਾਜੈਨੇਕਾ ਨੇ ਬਣਾਈ ਹੈ, ਉਹਨਾਂ ਨੇ ਕਿਹਾ ਸੀ, ਉਹਨਾਂ ਦੇ ਹੈੱਡ ਨੇ ਕਿ ਆਧਾਰ ਪੂਨਾਵਾਲਾ ਨੇ ਕਿ ਸਿਰਫ 3 ਵੈਕਸੀਨਸ ਹੈ, ਇੱਕ ਮੋਡਰਨਾ ਦੀ, ਇੱਕ ਫਾਈਜ਼ਰ ਦੀ ਤੇ ਇੱਕ ਸਾਡੇ ਵਾਲੀ ਕੋਵਿਸ਼ੀਲਡ, ਬਾਕੀ ਸਭ ਪਾਣੀ ਹੈ। ਯੈਸ, ਕਿ ਉਹਨਾਂ ਦਾ ਕੋਵੈਕਸੀਨ ਨਾਲ ਮਤਲਬ ਸੀ ਕਿ ਬਾਕੀ ਸਭ ਪਾਣੀ ਹੈ। ਸੋ ਦੇਖੋ ਹੁਣ ਆਉਣ ਵਾਲੇ ਸਮੇਂ 'ਚ ਕੀ ਹੁੰਦਾ, ਪਰ ਇਹ ਇੱਕ ਵਿਵਾਦ ਜਿਹੜਾ ਹੈ ਜ਼ਰੂਰ ਖੜਾ ਹੋ ਗਿਆ। ਇਸ 'ਚ ਸਿਆਸੀ ਰੱਸਾਕੱਸੀ ਵੀ ਹੋ ਰਹੀ ਹੈ, ਪਰ ਵਿਗਿਆਨੀ ਵੀ ਇਹਦੇ ਸਵਾਲ ਖੜੇ ਕਰ ਰਹੇ ਆ ਕਿ ਤੁਹਾਨੂੰ ਕਾਹਲੀ ਆਤਮ ਨਿਰਭਰਤਾ ਦੇ ਮਤਲਬ ਜਿਹੜੀ ਤੁਸੀਂ ਸਮਝਦੇ ਹੋ ਜਿਹੜੀ ਡੈਡਲਾਈਨ ਦਿੱਤੀ ਗਈ ਸੀ ਵੀ ਜਨਵਰੀ ਤੱਕ ਅਸੀਂ ਜਿਹੜੀ ਵੈਕਸੀਨ ਫਿਰ ਸ਼ੁਰੂ ਕਰ ਦਾਂਗੇ, ਉਹੀ ਕਾਹਲੀ ਜਿਹੜੀ ਹੈ ਹੁਣ ਉਹ ਸ਼ੁਰੂਆਤ ਹੋ ਗਈ ਹੈ। ਕੰਟਰੋਵਰਸੀ ਦੇ ਨਾਲ ਹੋਰ ਜੁੜ ਗਈ ਹੈ ਨਾ ਜੀ, ਕਿ ਤੁਸੀਂ ਜਦੋਂ ਟ੍ਰਾਇਲ ਕਰਨਾ ਇਹਦਾ ਹਿਊਮਨ ਟ੍ਰਾਇਲ, ਉਹ ਜਿਹੜੇ ਬੰਦੇ ਹੁੰਦੇ ਆ ਉਹ ਵਲੰਟੀਅਰ ਹੁੰਦੇ ਆ। ਬਿਲਕੁਲ ਵਲੰਟੀਅਰ। ਤੁਸੀਂ ਦੱਸਣਾ ਹੁੰਦਾ ਹੈ ਕਿ ਆਹ ਅਸੀਂ ਡਰੱਗਸ ਬਣਾਈ ਹੈ, ਇਹ ਅਸੀਂ ਤੁਹਾਡੇ ਤੇ ਟੈਸਟ ਕਰਨੀ ਹੈ ਤੇ ਇਹਦੇ ਆਹ ਸਾਈਡ ਇਫੈਕਟਸ ਵੀ ਹੋ ਸਕਦੇ ਆ। ਜੇ ਤੁਸੀਂ ਵਲੰਟੀਅਰ ਕਰਦੇ ਹੋ ਆਪਣੇ ਆਪ ਨੂੰ ਇਸ ਟੈਸਟ ਵਾਸਤੇ ਆਪਣੇ ਆਪ ਨੂੰ ਪੇਸ਼ ਕਰਦੇ ਆ ਤਾਂ ਵੈਲਕਮ ਹੈ। ਪਰ ਭਾਰਤ 'ਚ ਕਿਉਂਕਿ ਲਿਟਰੇਸੀ ਲੈਵਲ ਬੜਾ ਘੱਟ ਹੈ, ਜਾਗਰੂਕਤਾ ਬੜੀ ਘੱਟ ਹੈ, ਭਾਰਤ ਜਿਹੜੀ ਹੈ ਗਰੀਬੀ ਹੈ, ਉਹਦਾ ਵੀ ਇਸਤੇਮਾਲ ਕਰਕੇ ਕੰਪਨੀਆਂ ਦਾ, ਕਿਉਂਕਿ ਜਿਨ੍ਹਾਂ ਨੇ ਡਿਵੈਲਪ ਕਰਨੀ ਹੈ ਇਹ ਦਵਾਈ, ਉਹਨਾਂ ਨੂੰ ਕਿਤੇ ਨਾ ਕਿਤੇ ਮੋਨੈਟਰੀ ਬੈਨੀਫਿਟ ਵੀ ਹੋਣੇ ਆ ਕਿ ਉਹਨਾਂ ਨੇ ਦਵਾਈ ਬਣਾਉਣੀ ਹੈ, ਬਹੁਤ ਸਾਰੀ ਮਾਤਰਾ 'ਚ ਦਵਾਈ ਬਣਾਉਣੀ ਹੈ, ਉਹ ਵੇਚਣੀ ਹੈ। ਤੇ ਉਹ ਇਹ ਕਾਹਲੀ 'ਚ ਇਹ ਵੀ ਕਰ ਰਹੇ ਆ ਕਿ ਇਸ ਟ੍ਰਾਇਲ ਨੂੰ ਵਲੰਟਰੀ ਹੋਣ ਦੇ ਬਜਾਏ ਲੋਕਾਂ ਨੂੰ ਦੱਸ ਨਹੀਂ ਰਹੇ, ਉਹਨਾਂ ਦੇ ਟੀਕੇ ਲਾਏ ਜਾ ਰਹੇ ਆ। ਅਖਬਾਰਾਂ 'ਚ ਖਬਰਾਂ ਨੇ, ਟੈਲੀਵਿਜ਼ਨ ਚੈਨਲਾਂ 'ਚ ਖਬਰਾਂ ਹੈ ਕਿ ਉਹਨਾਂ ਨੂੰ ਇਹ ਕਹਿ ਕੇ ਲਿਆਂਦਾ ਜਾ ਰਿਹਾ ਕਿ ਤੁਹਾਨੂੰ ਕੋਵਿਡ ਤੋਂ ਬਚਾਉਣਾ ਹੈ, ਤੁਹਾਡੇ ਟੀਕੇ ਲੱਗਣੇ ਆ, ਆਓ ਟੀਕੇ ਲਵਾ ਕੇ ਦੇ ਦੇਣ। ਤੇ ਭਾਵੇਂ ਕਿ ਉਹਨਾਂ ਨੂੰ ਬਾਅਦ 'ਚ ਮੋਨੀਟਰ ਕਰ ਰਹੇ ਆ, ਪਰ ਮਤਲਬ ਕਿ ਮੋਰੈਲਿਟੀ ਦੇ ਤੌਰ 'ਤੇ ਉਹਨਾਂ ਨੂੰ ਦੱਸਣਾ ਫਰਜ਼ ਬਣਦਾ ਕਿ ਤੁਹਾਡੇ ਤੇ ਟ੍ਰਾਇਲ ਹੈ।
ਇੱਕ ਪਾਸੇ ਇੰਨੀ ਐਮਰਜੈਂਸੀ ਹੈ ਵੀ ਆਪਾਂ ਥਰਡ ਟਰਾਇਲ ਵੀ ਨਹੀਂ ਕਰ ਰਹੇ ਔਰ ਜਿਹੜਾ ਵੈਕਸੀਨ ਸ਼ੁਰੂ ਕਰ ਦਿੱਤੇ ਔਰ ਬਿਨਾਂ ਦੱਸੇ ਤੋਂ ਵੈਕਸੀਨ ਅਸੀਂ ਜਿਹੜੇ ਲਗਾ ਰਹੇ ਹਾਂ। ਦੂਸਰੇ ਪਾਸੇ ਸਰਕਾਰ ਵੀ ਮੰਨਦੀ ਹੈ ਵੀ ਹਾਲਾਤ ਖਰਾਬ ਨੇ ਔਰ ਦੂਸਰਾ ਜਿਹੜਾ ਦੌਰ ਜਿਹਨੂੰ ਹੁਣ ਕਿਹਾ ਜਾਂਦਾ ਇੱਕ ਸਟ੍ਰੇਨ ਦੌਰ ਆ ਗਿਆ ਜਿਹੜਾ ਜਿਹਦੇ ਕਰਕੇ ਗ੍ਰੇਟ ਬ੍ਰਿਟਨ ਬੰਦ ਹੋ ਗਿਆ, ਕੈਨੇਡਾ ਤੋਂ ਇਹ ਕਹਿੰਦੇ ਫਲਾਈਟਸ ਬੰਦ ਕਰ ਦੇਣੀਆਂ ਨੇ, ਹੋਰ ਵੀ ਜਿਹੜੇ 에ਅਰਪੋਰਟ ਤੇ ਆ ਰਹੇ ਨੇ ਉਹਨਾਂ 'ਤੇ ਧਿਆਨ ਰੱਖਿਆ ਜਾ ਰਿਹਾ, ਬਕਾਇਦਾ ਸਕਰੀਨਿੰਗ ਕੀਤੀ ਜਾ ਰਹੀ। ਦੂਸਰੇ ਪਾਸੇ ਪੰਜਾਬ ਸਰਕਾਰ ਨੇ ਅੱਜ ਫੈਸਲਾ ਲਿਆ ਹੈ, ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਜੀ ਨੇ ਕਹਿ ਦਿੱਤਾ ਵੀ ਕੱਲ੍ਹ ਤੋਂ ਪੰਜਾਬ ਦੇ ਸਾਰੇ ਸਕੂਲ ਖੁੱਲ੍ਹਣਗੇ, ਚਾਹੇ ਉਹ ਗੌਰਮੈਂਟ ਸਕੂਲ ਹੈ ਚਾਹੇ ਉਹ ਪ੍ਰਾਈਵੇਟ ਸਕੂਲ ਨੇ। 5ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀ ਜਿਹੜੇ ਆ ਕੱਲ੍ਹ ਤੋਂ ਸਕੂਲਾਂ ਦੇ ਵਿੱਚ ਜਾਣਗੇ। ਉੱਥੇ ਕੀ ਕਹਿਣਾ ਚਾਹੋਗੇ? ਇਹ ਦੇਖੋ, ਇਹ ਤੁਹਾਡੀ ਗੱਲ ਠੀਕ ਹੈ ਕਿ ਇੱਕ ਪਾਸੇ ਅਸੀਂ ਇਹ ਕਹਿ ਰਹੇ ਹਾਂ ਕਿ ਸੈਕੰਡ ਸਟ੍ਰੇਨ ਕਰੋਨਾ ਦੀ ਆ ਰਹੀ ਹੈ, ਬ੍ਰਿਟੇਨ 'ਚ ਜਿਹੜਾ ਹੈ ਉਹ ਦੁਬਾਰਾ ਲੋਕਡਾਊਨ ਲੱਗ ਗਿਆ ਤੇ ਦਵਾਈ ਵੀ ਹਲੇ ਤੱਕ ਇੰਨੀ ਕਾਰਾਗਾਰ ਨਹੀਂ ਹੈ, ਉਹਦਾ ਡੇਟਾ ਹਲੇ ਆਉਣਾ ਹੈ ਕਿ ਉਹ ਜਿਹੜਾ ਹੈ ਕਿੰਨੀ ਕੁ ਕਾਰਗਾਰ ਹੈ ਤੇ ਉਹ ਸਾਰਿਆਂ ਨੂੰ ਹਲੇ ਵੈਕਸੀਨ ਲੱਗਣੀ ਹੈ। ਉਹ ਤੋਂ ਪਹਿਲਾਂ ਜਿਹੜਾ ਇਹ ਸਕੂਲ ਖੋਲ੍ਹਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਇਹਦੇ ਪਿੱਛੇ ਕੀ ਸੋਚ ਹੈ, ਇਹਦੇ ਪਿੱਛੇ ਡੇਟਾ ਕੀ ਹੈ ਸਰਕਾਰ ਕੋਲ, ਇਹ ਤਾਂ ਸ਼ਾਇਦ ਉਹੀ ਜਾਣਦੇ ਹੋਣ। ਪਰ ਜਿਹੜੀ ਹੈ ਇਹ ਤੁਹਾਡੀ ਗੱਲ ਠੀਕ ਹੈ ਕਿ ਪਰ ਪੜ੍ਹਾਈ ਵੀ ਬੱਚਿਆਂ ਦੀ ਜਿਹੜੀ ਹੈ ਬਹੁਤ ਪਿੱਛੇ ਜਾ ਰਹੀ ਸੀ ਜੀ ਤੇ ਇਹਦੇ ਹੱਲ ਕੁਝ ਨਾ ਕੁਝ ਕਰਨਾ ਪੈਣਾ ਸੀ। 2 ਮਹੀਨੇ 'ਚ ਪੜ੍ਹਾਈ ਕਵਰ ਨਹੀਂ ਇਹਦੇ ਹੋ ਵਾਸਤੇ ਸਕਦੀ। ਕੁਝ ਕੀਤਾ ਉਹਨਾਂ ਨੇ ਕਿ ਨਾਲ ਦਿੱਤਾ ਹੈ ਕੁਝ ਕੀ? ਨਹੀਂ, ਹਾਲ ਦੀ ਘੜੀ ਉਹਨਾਂ ਨੇ ਕਿਹਾ ਵੀ ਕੱਲ੍ਹ ਤੋਂ ਸਕੂਲ ਖੋਲ੍ਹ ਦਿੱਤੇ ਜਾਣਗੇ ਔਰ ਸਵੇਰੇ 10 ਵਜੇ ਸਕੂਲ ਖੁੱਲ੍ਹਣਗੇ ਔਰ ਦੁਪਹਿਰ ਨਾਲ ਕੁਝ ਰਾਈਡਰ ਹੋਣੇ ਕਿ ਨਹੀਂ। ਗਾਈਡਲਾਈਨ ਤਾਂ ਹੈ ਵੀ ਤੁਸੀਂ ਜੋ ਵੀ ਜਿਸ ਤਰ੍ਹਾਂ ਗਾਈਡ ਹੈ ਵੀ ਸੋਸ਼ਲ ਡਿਸਟੈਂਸਿੰਗ ਰੱਖੋ, ਮਾਸਕ ਰੱਖੋ, ਸੈਨੀਟਾਈਜ਼ ਰੱਖੋ। ਹਰੇਕ ਸਕੂਲ ਦੇ ਉਹਨਾਂ ਨੇ ਕਰ ਦਿੱਤਾ ਵੀ ਸਕੂਲ ਦੀ ਕਲਾਸਰੂਮ ਦੇ ਅੱਗੇ ਜਿਹੜਾ ਹੈ ਉਹ ਸੈਨੀਟਾਈਜ਼ ਜਿਹੜਾ ਹੈ ਉਹ ਹੋਏਗਾ, ਬੱਚਾ ਉਹਦੇ 'ਚ ਹੱਥ ਵਾਸ਼ ਕਰਕੇ ਅੰਦਰ ਜਾਏਗਾ, ਫਿਰ ਉਹ ਤੋਂ ਬਾਅਦ ਦੂਰੀ ਬਣਾ ਕੇ ਰੱਖੇਗਾ। ਇਹ ਚੀਜ਼ਾਂ ਤਾਂ ਹੈ, ਮੈਂ ਮੰਨਦਾ ਇਹਦੇ ਵਿੱਚ ਵੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ, 5ਵੀਂ ਤੋਂ ਬਾਅਦ ਲੇਕਿਨ ਹੁਣ ਹਾਂ 5ਵੀਂ ਤੋਂ ਬਾਅਦ, ਲੇਕਿਨ ਹੁਣ ਇਹ ਨਹੀਂ ਨਾ ਕਿ ਹੁਣ ਵਲੰਟਰੀ ਫੋਲੋ ਕਰ ਸਕਦੇ, ਹੁਣ ਵਲੰਟਰੀ ਨਹੀਂ ਕਿਹਾ ਵੀ ਜਿਨ੍ਹਾਂ ਨੇ ਜਾਣਾ ਹੈ ਸਕੂਲ ਜਾਓ, ਉਹ ਜਾਣ, ਜਿਹਨੇ ਨਹੀਂ ਜਾਣਾ ਨਾ ਜਾਓ। ਐਸਾ ਕੁਝ ਨਹੀਂ, ਕਿਉਂਕਿ 2 ਮਹੀਨੇ 'ਚ 1 ਸਾਲ ਦੀ ਪੜ੍ਹਾਈ ਕਵਰ ਨਹੀਂ ਹੋ ਸਕਦੀ ਮੇਰੇ ਹਿਸਾਬ ਨਾਲ। ਤੁਸੀਂ ਸੋਚੋ ਵੀ 2 ਮਹੀਨੇ ਜਾ ਕੇ ਹੁਣ ਜਨਵਰੀ, ਫਰਵਰੀ ਤੇ ਮਾਰਚ ਇਸ ਐਨੂਅਲ ਪੇਪਰ ਦੇ ਦਿਓ ਤਾਂ ਨਹੀਂ ਹੋ ਸਕਦਾ ਇਸ ਤਰ੍ਹਾਂ। ਜੇ ਕੁਝ ਨਹੀਂ, ਜੇ ਤਜਰਬੇ ਦੇ ਤੌਰ ਤੇ ਸਰਕਾਰ ਨੇ ਕੀਤਾ ਹੈ ਤੇ ਕਰ ਲੈਣਾ ਚਾਹੀਦਾ। ਦੇਖਦੇ ਹਾਂ ਕਿ ਇਹਦਾ ਕੀ ਅਸਰ ਹੁੰਦਾ। ਲੇਕਿਨ ਉਹ ਤਜਰਬਾ ਉਲਟਾ ਵੀ ਪੈ ਸਕਦਾ। ਦੇਖੋ, ਛੋਟੇ ਛੋਟੇ ਬੱਚਿਆਂ ਦੀ ਇਮਿਊਨਿਟੀ ਘੱਟ ਹੁੰਦੀ 5ਵੀਂ ਤੋਂ ਲੈ ਕੇ 10ਵੀਂ ਤੱਕ ਗੱਲ ਕਰੀਏ, ਵੀ ਇਮਿਊਨਿਟੀ 'ਚ ਘੱਟ ਹੋਣ ਕਰਕੇ ਅਗਰ ਕਰੋਨਾ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ ਜਿਸ ਤਰ੍ਹਾਂ, ਫਿਰ ਕੌਣ ਜ਼ਿੰਮੇਵਾਰ ਹੋਏਗਾ? ਉਹ ਕੀ ਸਰਕਾਰ ਕੋਲ ਫੀਡਬੈਕ ਆਈ, ਉਹਨਾਂ ਨੇ ਕਿਸ ਆਧਾਰ ਤੇ ਫੈਸਲਾ ਲਿਆ, ਇਹ ਤਾਂ ਆਉਣ ਵਾਲੇ ਸਮੇਂ 'ਚ ਦੇਖਣਾ ਪੈਣਾ ਹੈ। ਪਰ ਜਿੱਦਾਂ ਅਸੀਂ ਕਰੋਨਾ ਵੈਕਸੀਨ ਦੀ ਗੱਲ ਕਰਦੇ ਸੀ ਦਾਵੜਾ ਜੀ, ਬਹੁਤ ਸਾਰੇ ਬੰਦੇ ਜਿਨ੍ਹਾਂ ਤੇ ਟਰਾਇਲ ਹੋ ਰਿਹਾ ਫਸਟ ਫੇਜ਼ ਦਾ, ਕਿਉਂਕਿ 2 ਡੋਜ਼ਸ 'ਚ ਲੱਗਣਾ ਹੈ ਜੀ, 1 ਡੋਜ਼ ਲੱਗ ਗਈ, ਬਿਲਕੁਲ, ਉਹ ਤੋਂ ਬਾਅਦ ਕੰਟਰੋਵਰਸੀ ਖੜੀ ਹੋ ਗਈ। ਹਾਂ ਬਿਲਕੁਲ, ਪੋਲੀਟੀਕਲ ਕੰਟਰੋਵਰਸੀ ਵੀ ਖੜੀ ਹੋ ਗਈ, ਵਿਗਿਆਨੀਆਂ ਨੇ ਵੀ ਖੜੀ ਕਰਤੀ ਤੇ ਜਿਨ੍ਹਾਂ ਨੂੰ ਦੂਜੀ ਡੋਜ਼ ਲੱਗਣੀ ਸੀ ਉਹ ਡ੍ਰੌਪ ਆਊਟ ਕਰ ਗਏ। ਬਿਲਕੁਲ, ਉਹ ਮਤਲਬ ਪੂਰਾ ਨਹੀਂ ਹੋਇਆ ਉਹਨਾਂ ਦਾ, ਟਰਾਇਲ ਹੀ ਪੂਰਾ ਨਹੀਂ ਹੋਇਆ ਉਹਨਾਂ ਦਾ। ਬਿਲਕੁਲ, ਉਹਨਾਂ ਟਰਾਇਲ ਨਹੀਂ ਪੂਰਾ ਹੋਇਆ, ਕੋਰਸ ਪੂਰਾ ਨਹੀਂ ਹੋਇਆ। ਯਾਨੀ ਕਿ ਵਿਸ਼ਵਾਸ ਦੀ ਗੱਲ ਹੈ ਇਹਦੇ 'ਚ, ਸਾਰੇ 'ਚ ਤੁਹਾਨੂੰ ਵਿਸ਼ਵਾਸ, ਲੋਕਾਂ ਦਾ ਵਿਸ਼ਵਾਸ ਜਿੱਤਣਾ ਵੈਕਸੀਨ ਦੇ ਮਾਮਲੇ 'ਚ ਬਹੁਤ ਜ਼ਰੂਰੀ ਹੈ। ਬਿਲਕੁਲ, ਐਡੇ ਐਡੇ ਵੱਡੇ ਇਮਨਾਈਜੇਸ਼ਨ ਪ੍ਰੋਗਰਾਮ ਹੋਏ, ਪੋਲੀਓ ਦਾ ਵੈਕਸੀਨੇਸ਼ਨ ਹੋਈ, ਲੋਕਾਂ ਨੇ ਕਿਸੇ ਨੇ ਸਵਾਲ ਨਹੀਂ ਖੜਾ ਕੀਤਾ, ਆਪਣੇ ਬੱਚਿਆਂ ਨੂੰ ਆਪ ਲੈ ਕੇ ਜਿਹੜੇ ਹੈ ਉਹ ਵੈਕਸੀਨ ਕੇਂਦਰਾਂ ਤੇ ਜਾਂਦੇ ਰਹੇ ਆ, ਸਿਰਫ ਇਸ ਕਰਕੇ ਕਿ ਲੋਕਾਂ ਨੂੰ ਸਰਕਾਰ ਤੇ ਵਿਗਿਆਨੀਆਂ ਤੇ ਉਸ ਦਵਾਈ ਤੇ ਭਰੋਸਾ ਸੀ। ਤੇ ਹੁਣ ਜੇ ਮੇਨ ਕੜੀ ਭਰੋਸਾ ਹੀ ਤੁਹਾਡਾ ਵੈਕਸੀਨ ਤੇ ਨਹੀਂ ਹੈ ਫਸਟ ਸਟੇਜ ਤੇ ਫਿਰ ਇਸ ਸਰਕਾਰ ਨੂੰ, ਜਿੱਦਾਂ ਤੁਸੀਂ ਕਿਹਾ ਕਿ 30 ਕਰੋੜ ਲੋਕਾਂ ਨੂੰ ਲਾਣਾ ਹੈ, ਉਹ ਸਰਕਾਰ ਲਈ ਟੀਚਾ ਪੂਰਾ ਕਰਨਾ ਬੜਾ ਔਖਾ ਹੋ ਜਾਣਾ ਤਾਂ ਕਿ ਜਿਹੜੀ ਹੈ ਇਹ ਇਨਫੈਕਸ਼ਨ ਅੱਗੇ ਤੋਂ ਅੱਗੇ ਨਾ ਵਧੇ। ਇੱਕ ਹੋਰ ਵਧਾਵਾਂ ਇਹਦੇ ਨਾਲ ਅੱਗੇ ਖਬਰ, ਪਿੱਛੇ ਖਬਰ ਆ ਰਹੀ ਹੈ ਕੱਲ ਵੀ ਔਰ ਅੱਜ ਵੀ, ਔਰ 2-3 ਦਿਨ ਤੋਂ ਲਗਾਤਾਰ ਖਬਰ ਆ ਰਹੀ ਹੈ ਵੀ ਕੋਵਿਡ-19 ਤਾਂ ਸੀ, ਹੁਣ ਇੱਕ ਮਾਈਗ੍ਰੇਟਰੀ ਇੱਕ ਹੋਰ ਬਿਮਾਰੀ ਆ ਗਈ ਜਿਹਨੂੰ ਬਰਡ ਫਲੂ ਕਿਹਾ ਜਾਂਦਾ ਹੈ। ਜਿੰਨੇ ਵੀ ਇਹਨਾਂ ਦਿਨਾਂ ਦੇ ਵਿੱਚ ਚਾਹੇ ਉਹ ਕੇਰਲਾ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਦੀਆਂ ਜਿਹੜੀਆਂ ਵੀ ਝੀਲਾਂ ਨੇ, ਅਸੀਂ ਜਾਣਦੇ ਕਿ ਮਾਈਗ੍ਰੇਟਰੀ ਬਰਡਸ ਜਿਹੜੇ ਇਹਨਾਂ ਦਿਨਾਂ ਵਿੱਚ ਆ ਜਾਂਦੇ ਆ। ਔਰ ਜਦੋਂ ਇਸ ਵਾਰ ਦੇਖਿਆ ਗਿਆ ਤਾਂ ਕਾਫੀ ਕੇਰਲਾ ਤੋਂ ਸਟਾਰਟ ਹੋਇਆ, ਮੱਧ ਪ੍ਰਦੇਸ਼ ਤੋਂ ਹੁੰਦਾ ਹੋਇਆ ਹੁਣ ਪੰਜਾਬ, ਹਿਮਾਚਲ ਤੱਕ ਵੀ ਉਹ ਬਰਡ ਫਲੂ ਆ ਰਿਹਾ। ਔਰ ਕਿਹਾ ਜਾਂਦਾ ਵੀ ਹਰੀਕੇ ਪੱਤਨ ਦੀ ਝੀਲ ਦੇ ਉੱਤੇ ਵੀ ਕਾਫੀ ਪੰਛੀ ਜਿਹੜੇ ਆ ਮਰੇ ਹੋਏ ਪਾਏ ਗਏ ਨੇ ਇਸ ਬਰਡ ਫਲੂ ਦੇ ਕਰਕੇ। ਇਹ ਫਲੂ ਵੀ ਕਰੋਨਾ ਦੇ ਨਾਲ ਜੁੜਿਆ ਹੋ ਸਕਦਾ, ਜੁੜਿਆ ਹੋਇਆ ਹੋ ਸਕਦਾ ਹੈ ਕਿ ਜੁੜਿਆ ਹੋਇਆ ਹੈ, ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ। ਪਰ ਬਰਡ ਫਲੂ ਇਹ 3-4 ਸਾਲ ਜਿਹੜਾ ਹੈ ਕਿਤੇ ਨਾ ਕਿਤੇ ਦਸਤਕ ਦੁਨੀਆ ਦੇ ਕੋਨੇ ਤੇ ਦਿੰਦਾ ਰਹਿੰਦਾ ਹੈ। ਤੇ ਇਹਦੇ ਨਾਲ ਜਿੱਦਾਂ ਤੁਸੀਂ ਕਿਹਾ, ਇਹ ਜ਼ਿਆਦਾਤਰ ਮਾਈਗ੍ਰੇਟਰੀ ਬਰਡਸ ਜਿਹੜੇ ਆਉਂਦੇ ਆ ਇਹਨਾਂ ਵਿੰਟਰ ਦੇ ਸੀਜ਼ਨ 'ਚ ਸਾਡੇ ਆਸੇ-ਪਾਸੇ, ਉਹ ਲੈ ਕੇ ਆਉਂਦੇ ਆ ਜੀ। ਤੇ ਇਹਦੇ ਨਾਲ ਹੁਣ ਪਹਿਲਾਂ ਖਬਰਾਂ ਸੀ ਕੇਰਲਾ ਤੋਂ ਵੀ ਡਕਸ ਮਰੀਆਂ, ਬਿਲਕੁਲ, ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਕਾਵਾਂ ਦੀ ਮੌਤ ਹੋਈ ਤੇ ਉਹਨਾਂ ਦਾ ਜਦੋਂ ਟੈਸਟ ਕੀਤਾ ਗਿਆ ਤੇ ਪਾਇਆ ਗਿਆ ਕਿ ਉਹ ਕਿਤੇ ਨਾ ਕਿਤੇ ਜਿਹੜੇ ਹੈ ਬਰਡ ਫਲੂ ਦੇ ਲੱਛਣ ਉਹਨਾਂ 'ਚ ਹੈ। ਬਿਲਕੁਲ, ਸਰਕਾਰ ਸੁਚੇਤ ਹੈ, ਸਰਕਾਰ ਨੇ ਸਾਰੀਆਂ ਜਿਹੜੀਆਂ ਰਾਜ ਸਰਕਾਰਾਂ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਇਹਨੂੰ ਮੋਨੀਟਰ ਕਰੋ। ਹਰਿਆਣਾ ਦੇ ਵਿੱਚ ਕਿਹਾ ਯਾਰ ਵੀ ਹੁਣ ਕਾਫੀ ਮੁਰਗੀਆਂ ਜਿਹੜੀਆਂ ਬਰਡ ਫਲੂ ਨਾਲ ਮਰ ਗਈਆਂ। ਹਰਿਆਣਾ 'ਚ ਕਾਫੀ ਜਿਹੜਾ ਹੈ ਉਹ ਪੋਲਟਰੀ ਬਿਜ਼ਨਸ ਹੈ। ਪੋਲਟਰੀ ਬਿਜ਼ਨਸ ਸਭ ਤੋਂ ਜ਼ਿਆਦਾ ਦਾਵੜਾ ਜੀ ਇਫੈਕਟ ਹੁੰਦਾ ਜਦੋਂ ਬਰਡ ਫਲੂ ਆਉਂਦਾ। ਬਿਲਕੁਲ, ਪੋਲਟਰੀ ਬਿਜ਼ਨਸ ਇੱਦਾਂ ਦਾ ਬਿਜ਼ਨਸ ਹੈ, ਬਰਡ ਫਲੂ ਤੇ ਅਸਰ ਵੀ ਬਹੁਤ ਛੇਤੀ ਹੁੰਦਾ ਚਿਕਨਸ ਤੇ ਦਾ। ਬਿਲਕੁਲ, ਤੇ ਇਹਦਾ ਅਸਰ ਜਿਹੜਾ ਹੈ ਉਹ ਲੋਕਾਂ ਦੇ ਰੋਜ਼ਗਾਰ ਤੇ ਵੀ ਹੁੰਦਾ ਹੈ
ਤੇ ਕਿਉਂਕਿ ਬਰਡਸ ਬਹੁਤ ਜ਼ਿਆਦਾ ਮਰ ਜਾਂਦੇ, ਲੋਕਾਂ ਨੂੰ ਨੁਕਸਾਨ ਵੀ ਹੁੰਦਾ ਹੈ। ਅੱਜ ਕੱਲ੍ਹ ਜਿਹੜਾ ਅਸੀਂ ਕਿਸਾਨੀ ਦੀ ਗੱਲ ਕਰਦੇ ਹਾਂ, ਕਿਸਾਨੀ ਦੇ ਨਾਲ ਨਾਲ ਜਿਹੜਾ ਹੈ ਇਹ ਬਿਜ਼ਨਸ ਜਿਹੜਾ ਹੈ ਪੋਲਟਰੀ, ਫਿਸ਼ਰੀ, ਐਨੀਮਲ ਹਸਬੈਂਡਰੀ, ਇਹ ਜਿਹੜਾ ਹੈ ਇਹ 'ਤੇ ਬਹੁਤ ਜ਼ਿਆਦਾ ਜਿਹੜਾ ਹੈ ਇਫੈਕਟ ਹੁੰਦਾ ਹੈ ਬਰਡ ਫਲੂ ਦਾ, ਬਿਲਕੁਲ ਤੇ ਕਿਸਾਨਾਂ ਨੂੰ ਕਾਫੀ ਨੁਕਸਾਨ ਹੁੰਦਾ। ਸਰਕਾਰ ਨੂੰ ਚਾਹੀਦਾ ਕਿ ਹੁਣ ਦੇਖੋ ਕਰੋਨਾ ਨਾਲ ਤਾਂ ਨਜਿੱਠਣਾ ਪੈ ਰਿਹਾ। ਬਿਲਕੁਲ ਖਬਰਾਂ ਇਹ ਵੀ ਸੀ ਕਿ ਜਦੋਂ ਕਰੋਨਾ ਦਾ ਕਰੋਨਾ ਵੱਲ ਸਾਰਾ ਧਿਆਨ ਹੈ, ਹੋਰ ਇਮੂਨਾਈਜੇਸ਼ਨ ਜਿਹੜੇ ਪ੍ਰੋਗਰਾਮ ਹੈ, ਪੋਲੀਓ ਦਾ ਹੈ, ਰੁਬੇਲਾ ਦਾ ਹੈ, ਉਹਨਾਂ 'ਤੇ ਵੀ ਅਸਰ ਪੈ ਰਿਹਾ। ਤੇ ਹੁਣ ਇਹ ਨਵੀਂ ਬਿਮਾਰੀ ਆ ਗਈ ਬਰਡ ਫਲੂ, ਇਹਦੇ ਨਾਲ ਵੀ ਨਜਿੱਠਣਾ ਪੈਣਾ, ਜਿਹਦੇ ਨਾਲ ਸਾਡੇ ਜਿਹੜੇ ਹੈ ਫਰੰਟ ਲਾਈਨ ਵਰਕਰਸ ਹੈ, ਹੈਲਥ ਲਾਈਨ ਵਰਕਰਸ ਹੈ, ਉਹਨਾਂ 'ਤੇ ਜਿਹੜਾ ਅਸਰ ਜਿਹੜਾ ਹੈ, ਉਹਨਾਂ ਦੇ ਪ੍ਰੈਸ਼ਰ ਹੋਰ ਆਉਣ ਵਾਲੇ ਸਮੇਂ 'ਚ ਵੱਧ ਸਕਦਾ। ਲੇਕਿਨ ਸਰਕਾਰ ਨੇ ਕਿਹਾ ਵੀ ਅਸੀਂ ਹਰੀਕੇ, ਨੰਗਲ, ਰੋਪੜ ਜਿਹੜੇ ਵੈਟਲੈਂਡਸ ਹੈਗੇ ਨੇ ਤੇ ਪੂਰੀ ਨਿਗਾਹ ਰੱਖੀ ਹੋਈ ਹੈ, ਸਾਡੀ ਅਸੀਂ ਚੌਕਸ ਹੈਗੀ ਹੈ ਸਰਕਾਰ, ਲੇਕਿਨ ਫਿਰ ਵੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਤਾਂ ਪੈਦਾ ਹੋ ਗਿਆ। ਇਹ ਗੱਲ ਤੁਹਾਡੀ ਠੀਕ ਹੈ। 2020 'ਚ ਅਸੀਂ ਦੇਖਿਆ ਕਿ ਕਰੋਨਾ ਨਾਲ ਨਜਿੱਠੇ ਆਪਾਂ, ਹੁਣ ਬਰਡ ਫਲੂ ਆ ਗਿਆ। ਉਹ ਡਰ ਜਿਹੜਾ ਹੈ ਉਹ ਸੁਭਾਵਕ ਹੈ, ਕਿਉਂਕਿ ਵੈਕਸੀਨੇਸ਼ਨ, ਦਵਾਈਆਂ, ਸਾਡਾ ਹੈਲਥ ਸਿਸਟਮ ਕਿੱਦਾਂ ਦਾ ਹੈ, ਉਹਦੇ ਕਰਕੇ ਲੋਕ ਜਿਹੜੇ ਆ ਕਿਤੇ ਨਾ ਕਿਤੇ ਸਹਿਮ ਜਾਂਦੇ। ਲੋਕਾਂ ਦਾ ਸਿਸਟਮ ਤੇ ਵਿਸ਼ਵਾਸ ਜਿਹੜਾ ਹੈ ਉਹ ਬਣਾਉਣਾ ਬੜਾ ਔਖਾ। ਜੀ ਬਿਲਕੁਲ ਸਹੀ ਗੱਲ ਹੈ। ਲੋਕਾਂ ਦਾ ਵਿਸ਼ਵਾਸ ਬਣਾਉਣਾ ਬਹੁਤ ਔਖਾ ਹੈ, ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈਣਾ ਬਹੁਤ ਔਖਾ ਹੈ। ਤੇ ਦੂਸਰੇ ਪਾਸੇ ਸਾਡੀ ਭਾਰਤ ਸਰਕਾਰ ਦੇ ਵਿੱਚ ਕਿਸਾਨਾਂ ਨੂੰ ਵੀ ਜਿਹੜਾ ਵਿਸ਼ਵਾਸ ਨਹੀਂ ਆ ਰਿਹਾ। ਹਾਲੇ ਤੱਕ ਕਿਸਾਨ ਜਿਹੜੇ ਆ ਉਹ ਅੱਜ ਵੀ ਦਿੱਲੀ ਦੇ ਬੂਹੇ ਦੇ ਉੱਤੇ ਬੈਠੇ ਹੋਏ ਨੇ, ਠੰਡ ਦੇ ਵਿੱਚ ਤੇ ਵਗਦੇ ਮੀਂਹ ਦੇ ਵਿੱਚ। ਮੈਂ ਕਹਿ ਸਕਦਾ ਕਿ ਅੱਜ ਵੀ ਉਹ ਦਸਤਕ ਦੇ ਰਹੇ ਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿ ਜਿਹੜੇ 3 ਖੇਤੀ ਬਿੱਲ ਬਣਾਏ ਨੇ ਸਰਕਾਰ ਨੇ, ਉਹਨਾਂ ਨੂੰ ਵੀ ਉਹ ਰੱਦ ਕਰੇ। ਉਹਨਾਂ ਦੀ ਇੱਕੋ ਇੱਕ ਮਾਟੋ ਹੈ ਇਸ ਟਾਈਮ, ਯੈਸ ਜਾਂ ਨੋ। ਯੈਸ ਜਾਂ ਨੋ ਤਾਂ ਇਸੇ ਗੱਲ ਤੋਂ ਪਤਾ ਲੱਗ ਜਾਂਦਾ ਦਾਵੜਾ ਜੀ ਕਿ ਕਿਸਾਨਾਂ ਨੇ ਆਪਣਾ ਜਿਹੜਾ ਆਉਣ ਵਾਲੇ ਸਮੇਂ 26 ਤਰੀਕ ਤੱਕ ਦਾ ਜਿਹੜਾ ਪ੍ਰੋਟੈਸਟ ਕੈਲੰਡਰ ਹੈ ਉਹ ਜਾਰੀ ਕਰ ਦਿੱਤਾ ਹੈ। ਬਿਲਕੁਲ ਕਿ ਉਹ 13 ਨੂੰ ਜਿਹੜਾ ਹੈ ਲੋਹੜੀ ਮਨਾਉਣਗੇ, ਬਿੱਲਾਂ ਦੀਆਂ ਕਾਪੀਆਂ ਸਾੜਨਗੇ। ਉਹ ਤੋਂ ਬਾਅਦ ਉਹ ਹੈ 2 ਹਫ਼ਤੇ ਤੱਕ ਜਿਹੜਾ ਹੈ ਉਹ ਜਾਗਰੂਕਤਾ ਸਪਤਾਹ ਚਲਾਉਣਗੇ। ਅਗਲਾ ਕੈਲੰਡਰ ਹੈ ਉਹਨਾਂ ਕਿ 18 ਤਰੀਕ ਨੂੰ ਮਹਿਲਾ ਕਿਸਾਨ ਦਿਵਸ ਮਨਾਉਣਗੇ। ਬਿਲਕੁਲ 23 ਤਰੀਕ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮ ਦਿਵਸ ਮਨਾਉਣਗੇ। ਬਿਲਕੁਲ 26 ਜਨਵਰੀ ਨੂੰ ਜਿਹੜੀ ਹੈ ਉਹ ਗਣਤੰਤਰ ਟਰੈਕਟਰ ਪਰੇਡ ਕਰਨਗੇ। ਬਿਲਕੁਲ ਮਤਲਬ ਕਿ 8 ਤਰੀਕ ਜਿਹੜੀ ਵਿਚਕਾਰਲੀ 8 ਤਰੀਕ ਹੈ, ਜਦੋਂ ਸਾਨੂੰ ਆਸ ਹੈ, ਜਿੱਦਾਂ ਅਸੀਂ ਪਹਿਲਾਂ ਕਿਹਾ ਕੁਝ ਹੋਊਗਾ, ਮੇਰੇ ਖਿਆਲ 'ਚ ਨੇ ਕਿਸਾਨ ਇਸ ਗੱਲ ਤੇ ਅੜੇ ਹੋਏ ਆ। ਜਦੋਂ ਉਹਨਾਂ ਨੇ ਆਪਣਾ ਕੈਲੰਡਰ ਜਾਰੀ ਕਰ ਦਿੱਤਾ, ਇਹਦਾ ਮਤਲਬ ਉਹ ਇਸ ਗੱਲ ਤੇ ਅੜੇ ਹੋਏ ਆ ਕਿ ਉਹ ਬਿੱਲ ਜਾਂ ਤਾਂ ਵਾਪਸ ਕਰੋ, ਸੰਸ਼ੋਧਨ ਨੂੰ ਉਹ ਮੰਨ ਨਹੀਂ ਰਹੇ, ਜਿਹੜੀ ਕਿ ਸਰਕਾਰ ਕਹਿ ਰਹੀ ਹੈ ਕਿ ਉਹ ਸੰਸ਼ੋਧਨ ਜਿਹੜਾ ਹੈ ਅਸੀਂ ਕਰਨ ਲਈ ਤਿਆਰ ਹਾਂ। ਬਿਲਕੁਲ ਦੂਜੇ ਪਾਸੇ ਤੋਂ ਵੀ ਅੜੀ ਦਿਖਦੀ ਹੈ, ਕਿਉਂਕਿ ਹਰਜੀਤ ਗਰੇਵਾਲ ਜੀ ਤੇ ਸੁਰਜੀਤ ਜਾਨੀ ਜੀ ਮਿਲ ਕੇ ਆਏ ਪ੍ਰਧਾਨ ਮੰਤਰੀ ਹੋਰਾਂ ਨੂੰ, ਕਾਫੀ ਦੇਰ ਮੁਲਾਕਾਤ ਹੋਈ। ਜੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਜ਼ਮੀਨੀ ਹਕੀਕਤਾਂ ਤੋਂ ਪ੍ਰਧਾਨ ਮੰਤਰੀ ਨੂੰ ਵਾਕਫ ਕਰਵਾਇਆ, ਜਾਂ ਉਹ ਕਹਿੰਦੇ ਨੇ ਕਿ ਉਹ ਤਾਂ ਜਾਣਦਾ ਹੀ ਹੈ ਸਭ ਕੁਝ। ਬਿਲਕੁਲ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਵੀ ਜਿਹੜਾ ਹੈ ਆਪਣੇ ਸਟੈਂਡ ਤੋਂ ਪਿੱਛੇ ਹਟਣ ਲਈ ਜਿਹੜੀ ਹੈ ਉਹ ਤਿਆਰ ਨਹੀਂ ਹੈ। ਤੇ ਮੈਨੂੰ ਨਹੀਂ ਲੱਗਦਾ ਕਿ 8 ਤਰੀਕ ਨੂੰ ਜਿਹੜੀ ਹੈ ਉਹ ਉਹੀ ਯੈਸ ਤੇ ਨੋ ਤੇ ਗੱਲ ਅੜ ਜਾਣੀ ਹੈ ਜੀ। ਤੇ ਮੈਨੂੰ ਨਹੀਂ ਲੱਗਦਾ ਕਿ ਇਹਨੇ ਕੋਈ ਹੱਲ ਇਹਦਾ ਆਉਣ ਵਾਲੇ ਸਮੇਂ 'ਚ ਦਿਖਦਾ। ਨਹੀਂ, ਇਹ ਤਾਂ ਅਸੀਂ ਦੇਖ ਰਹੇ ਹਾਂ। ਦੇਖੋ ਇੱਕ ਮਿੰਟ ਲਈ ਅਸੀਂ ਬਾਰ-ਬਾਰ ਜਿਹੜੇ ਕਿਸਾਨਾਂ ਨੂੰ ਇਹ ਮੀਟਿੰਗਾਂ ਦੇ ਵਿੱਚ ਬੁਲਾਇਆ ਜਾ ਰਿਹਾ ਰਾਣਾ ਜੀ, ਮੀਟਿੰਗਾਂ ਉਹਨਾਂ ਨਾਲ ਕੀਤੀਆਂ ਜਾਂਦੀਆਂ। ਮੀਟਿੰਗਾਂ ਦੇ ਅੰਦਰ ਕੀ ਹੁੰਦਾ ਹੈ ਉਹ ਕਿਉਂਕਿ ਹਲੇ ਬਾਹਰ ਆ ਕੇ ਕਿਸਾਨ ਦੱਸਦੇ ਨੇ ਜਾਂ ਸਰਕਾਰ ਪੱਖੋਂ ਗਏ ਲੋਕ ਮੰਤਰੀ ਜਿਹੜੇ ਨੇ ਉਹ ਦੱਸਦੇ ਨੇ। ਲੇਕਿਨ ਕਿਸਾਨ ਜਿੱਥੇ ਕਹਿੰਦੇ ਨੇ ਵੀ ਹਲੇ ਸਾਡੀ ਗੱਲ ਸਿਰੇ ਨਹੀਂ ਚੜੀ, ਬੜੇ ਆਰਾਮ ਨਾਲ ਨਿਮਰਤਾ ਨਾਲ। ਲੇਕਿਨ ਦੂਸਰੇ ਪਾਸੇ ਤੁਸੀਂ ਦੇਖਿਆ ਹੋਣਾ ਤੋਮਰ ਸਾਹਿਬ ਨੂੰ ਕਦੀ ਵੀ ਜਦੋਂ ਉਹ ਮੀਟਿੰਗ ਕਰਕੇ ਮੀਟਿੰਗ ਤੇ ਜਾਣ ਲੱਗਿਆ ਉਹਨਾਂ ਦਾ ਚਿਹਰਾ ਹੋਰ ਹੁੰਦਾ, ਉਹਨਾਂ ਦੇ ਹਾਵ ਭਾਵ ਹੋਰ ਹੁੰਦੇ ਨੇ। ਲੇਕਿਨ ਜਦੋਂ ਮੀਟਿੰਗ ਦੇ ਵਿੱਚੋਂ ਬਾਹਰ ਆਉਂਦੇ ਨੇ ਤਾਂ ਉਹ ਇੱਕ ਤਰ੍ਹਾਂ ਮਜ਼ਾਕੀਆ, ਉਹਨਾਂ ਦੇ ਸਿਰ ਦੇ ਉੱਤੇ ਜਿਹੜਾ ਮਜ਼ਾਕੀਆ ਉਹਨਾਂ ਦਾ ਚਿਹਰਾ ਹੁੰਦਾ ਹੈ ਵੀ ਜਿਸ ਤਰ੍ਹਾਂ ਅਸੀਂ ਬੇਵਕੂਫ ਬਣਾ ਦਿੱਤਾ ਹੈ ਫਿਰ ਕਿਸਾਨਾਂ ਨੂੰ ਵੀ ਅਸੀਂ ਉਹਨਾਂ ਦੀ ਮੰਨਣੀ ਕੋਈ ਨਹੀਂ ਹੈ। ਹਾਸਾ ਤਮਾਸ਼ਾ ਕਰਕੇ ਵੀ ਉਹ ਬਾਹਰ ਆ ਰਹੇ ਨੇ। ਉਹਨਾਂ ਦਾ ਇੱਕ ਫੇਸ ਰੀਡਿੰਗ ਜਿਹੜੀ ਹੈ ਉਹ ਇਹ ਸ਼ੋਅ ਕਰਦੀ ਹੈ ਵੀ ਸਰਕਾਰ ਨੂੰ ਬਿਲਕੁਲ ਵੀ ਪਰਵਾਹ ਨਹੀਂ ਹੈ ਅੱਜ ਦੀ ਤਾਰੀਖ ਦੇ ਵਿੱਚ ਕਿਸਾਨਾਂ ਦੀ। ਦੇਖੋ ਪਰਵਾਹ ਤਾਂ ਸਰਕਾਰ ਨੂੰ ਕਰਨੀ ਪੈਣੀ ਦਾਵੜਾ ਜੀ, ਕਿਉਂਕਿ ਕਿਸਾਨ ਅੰਦੋਲਨ ਜਿਹੜਾ ਹੈ ਉਹ ਇੱਕ ਛੋਟਾ ਮੋਟਾ ਅੰਦੋਲਨ ਨਹੀਂ ਹੈ। ਬਿਲਕੁਲ ਦੇਸ਼ ਦੇ ਇਤਿਹਾਸ 'ਚ ਇੱਕ ਬਹੁਤ ਵੱਡਾ ਅੰਦੋਲਨ ਹੈ ਇਹ, ਜਿਹਦੇ 'ਚ ਇੰਨੇ ਲੋਕਾਂ ਦੀ ਪਾਰਟੀਸਪੇਸ਼ਨ ਹੋਈ ਹੈ। ਵੱਖਰੋ ਵੱਖਰੇ ਜਿਹੜੇ ਹੈ ਉਹ ਆਈਡੀਓਲੋਜੀ ਨਾਲ ਜਿਨ੍ਹਾਂ ਦੀ ਲਗਾਅ ਹੈ ਉਹਨਾਂ ਦੀ ਪਾਰਟੀਸਪੇਸ਼ਨ ਹੈ। ਵੱਖਰੀ ਵੱਖਰੀ ਸਟੇਟਸ ਤੋਂ ਪਾਰਟੀਸਪੇਸ਼ਨ ਹੈ, ਹਰ ਵਰਗ ਦੀ, ਬੱਚੇ, ਔਰਤਾਂ, ਬੁੱਢੇ ਸਾਰਿਆਂ ਦੀ ਪਾਰਟੀਸਪੇਸ਼ਨ ਹੈ। ਸੋ ਇਹ ਗੱਲ ਸਰਕਾਰ ਭਾਵੇਂ ਤੋਮਰ ਸਾਹਿਬ ਮੂੰਹ ਤੋਂ ਨਾ ਕਹਿਣ, ਪਰ ਇਹ ਦਿਖਦਾ ਹੈ ਕਿ ਸਰਕਾਰ ਕਿਤੇ ਨਾ ਕਿਤੇ ਚਿੰਤਤ ਹੈ ਕਿ ਇਹ ਅੰਦੋਲਨ ਜਿਹੜਾ ਹੈ ਉਹ ਪੈਨ ਇੰਡੀਆ ਰੂਪ ਲੈਂਦਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਹੋਰ ਭੜਕ ਸਕਦਾ ਹੈ। ਜਦੋਂ ਕਿ ਹੁਣ 26 ਜਨਵਰੀ ਨੂੰ ਉਹਨਾਂ ਨੇ ਕਹਿ ਦਿੱਤਾ ਕਿਸੇ ਟਰੈਕਟਰ ਪਰੇਡ ਕਰਨੀ ਹੈ, ਉਹਦੇ 'ਚ ਫੌਜੀਆਂ ਨੇ ਵੀ ਕਹਿ ਦਿੱਤਾ ਅਸੀਂ ਵੀ ਆਵਾਂਗੇ, ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲੱਗਣਗੇ। ਸੋ ਕੋਈ ਵੀ ਸਰਕਾਰ ਹੈ
ਐਡੇ ਵੱਡੇ ਵਰਗ ਨੂੰ ਨਾਰਾਜ਼ ਕਰਕੇ ਜਿਹੜੇ ਕਿ ਦੇਸ਼ ਦੀ ਰਾਜਧਾਨੀ ਤੇ ਬਰੂਹਾਂ ਮੱਲੀ ਬੈਠੀ ਹੋਵੇ, ਇਹ ਤਾਂ ਨਹੀਂ ਹੋ ਸਕਦਾ ਕਿ ਉਹ ਚਿੰਤਤ ਨਾ ਹੋਵੇ। ਉੱਪਰੋਂ ਭਲਾ ਨਾ ਦੱਸਣ ਚਿਹਰੇ ਤੋਂ, ਪਰ ਅੰਦਰੋਂ ਅੰਦਰ ਹੀ ਚਿੰਤਤ ਤਾਂ ਜ਼ਰੂਰ ਹੋਵੇ। ਲੇਕਿਨ ਇੱਕ ਪਾਸੇ ਚਿੰਤਾ ਕਿੱਥੋਂ ਸਮਝ ਸਕਦੇ ਤੁਸੀਂ, ਉਹਨਾਂ ਦਾ ਵਰਤਾਰਾ ਦੇਖੋ ਤੁਸੀਂ। ਇੱਕ ਪਾਸੇ ਸੌਰਵ ਗਾਂਗੁਲੀ ਕ੍ਰਿਕਟਰ ਹੈ, BCCI ਦਾ ਪ੍ਰੈਜ਼ੀਡੈਂਟ ਹੈ, ਬਿਮਾਰ ਹੁੰਦਾ ਹੈ, ਉਸ ਨੂੰ ਪ੍ਰਧਾਨ ਮੰਤਰੀ ਤੱਕ ਉਹਦਾ ਹਾਲ ਚਾਲ ਪੁੱਛਣ ਦੇ ਲਈ ਫੋਨ ਕਰਦੇ ਨੇ। ਦੂਸਰੇ ਪਾਸੇ 50,000 ਲੱਖ 2 ਲੱਖ 2.5 ਲੱਖ ਜਿੰਨਾ ਕਹਿ ਲਓ ਕਿਸਾਨ ਇਸ ਟਾਈਮ ਜਿਹੜਾ ਹੈ ਉਹ ਬੈਠਾ ਹੋਇਆ, ਔਰ ਉਹਨਾਂ ਵਿੱਚੋਂ 57 ਤੋਂ ਉੱਪਰ ਕਿਸਾਨ 57-58 ਦੇ ਕਰੀਬ ਗਿਣਤੀ ਹੋ ਚੁੱਕੀ ਹੈ ਜਿਨ੍ਹਾਂ ਦੀ ਉੱਥੇ ਮੌਤ ਹੋ ਚੁੱਕੀ ਹੈ। ਉਹ ਕਿਸਾਨ ਮਰ ਚੁੱਕੇ ਨੇ। ਕਿਸੇ ਇੱਕ ਨੇ ਆ ਕੇ ਹਾਲ ਚਾਲ ਨਹੀਂ ਪੁੱਛਿਆ, ਕਿਸੇ ਨੇ ਆ ਕੇ ਫੋਨ ਨਹੀਂ ਕੀਤਾ ਪ੍ਰਧਾਨ ਮੰਤਰੀ ਨੇ, ਪ੍ਰਧਾਨ ਮੰਤਰੀ ਦੇ ਆਫਿਸ ਤੋਂ ਵੀ ਤੁਹਾਡੇ ਨਾਲ ਕੀ ਹੋ ਰਿਹਾ, ਗੱਲਬਾਤ ਅਸੀਂ ਕਰ ਰਹੇ ਹਾਂ। ਟਵੀਟ ਹੀ ਕਰ ਦਿੰਦੇ, ਟਵੀਟ ਨਹੀਂ ਕੀਤਾ। ਯੈਸ, ਟਵੀਟ ਤੱਕ ਨਹੀਂ ਕੀਤਾ ਉਹਨਾਂ ਨੇ। ਅਫਸੋਸ ਨਹੀਂ ਜ਼ਾਹਿਰ ਕੀਤਾ ਉਹਨਾਂ ਲੋਕਾਂ ਤੇ ਜਿਹੜੇ ਉੱਥੇ ਜਾ ਕੇ ਸ਼ਹੀਦ ਹੋ ਰਹੇ ਨੇ। ਫਿਰ ਇਹੋ ਜਿਹੀ ਕੀ ਚਿੰਤਾ ਤੁਸੀਂ ਸਮਝਦੇ ਹੋ? ਕੀ ਇਹ ਸਰਕਾਰ ਚਿੰਤਾ ਕਰ ਰਹੀ ਹੈ? ਸੱਚਮੁੱਚ ਕਿਸਾਨਾਂ ਦੀ ਚਿੰਤਾ ਕਰ ਰਹੀ ਹੈ? ਨਹੀਂ, ਮੈਂ ਚਿੰਤਾ ਕਹਿੰਦਾ ਸੀ ਕਿ ਹੋਰ ਚਿੰਤਾ ਨਾ ਹੋਵੇ ਉਹਨਾਂ ਨੂੰ ਆਪਣੀ ਵੋਟਾਂ ਦੀ ਚਿੰਤਾ ਤਾਂ ਜ਼ਰੂਰ। ਹਾਂ, ਵੋਟਾਂ ਦੀ ਚਿੰਤਾ ਹੈਗੀ ਹੈ। ਦੂਸਰੇ ਪਾਸੇ ਕਹਿ ਰਹੇ ਨੇ, ਜਿਸ ਤਰ੍ਹਾਂ ਤੁਸੀਂ ਹਰਜੀਤ ਸਿੰਘ ਗਰੇਵਾਲ ਦਾ ਨਾਂ ਲਿਆ, ਤੁਸੀਂ ਜਿਆਣੀ ਸਾਹਿਬ ਨਾਲ, ਜਿਆਣੀ ਸਾਹਿਬ ਕਹਿੰਦੇ ਮੈਂ ਆਪਣੀ ਜ਼ਿੰਦਗੀ 'ਚ 30-35 ਸਾਲਾਂ ਦੀ ਮੇਰੀ ਸਿਆਸਤ ਹੈ, ਮੈਂ ਤਾਂ ਇੱਦਾਂ ਦਾ ਪ੍ਰਧਾਨ ਮੰਤਰੀ ਦੇਖਿਆ ਹੀ ਨਹੀਂ, ਇੱਦਾਂ ਦਾ ਬੰਦਾ ਹੀ ਨਹੀਂ ਦੇਖਿਆ ਜਿਹੜਾ ਇੰਨਾ ਮਤਲਬ ਹੋਵੇ, ਜਿਹਨੂੰ ਪੰਜਾਬ ਦੇ ਚੱਪੇ ਚੱਪੇ ਤੇ ਇੱਕ ਮਿੰਟ ਦੀ ਗੱਲ ਦਾ ਪਤਾ ਹੋਵੇ। ਜੇ ਪਤਾ ਹੈਗਾ ਤਾਂ ਪੰਜਾਬ ਬਾਰੇ ਕਰਨ। ਇਹ ਤੁਹਾਡੀ ਬਿਲਕੁਲ ਗੱਲ ਸਹੀ। ਔਰ ਬੜੇ ਦਾਅਵੇ ਦੇ ਨਾਲ ਉਹ ਬਾਹਰ ਆ ਕੇ ਕਹਿੰਦੇ ਨੇ ਅਸੀਂ ਸਰਕਾਰ ਬਣਾਵਾਂਗੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ। ਕਿਹੜੇ ਦਾਅਵੇ ਨੇ ਉਹਨਾਂ ਦੇ? ਕਿਸ ਤਰ੍ਹਾਂ ਸਰਕਾਰ ਬਣਾਉਣਗੇ? ਜੋ ਇਹ ਚੱਲ ਰਿਹਾ ਹੈ, ਜਿਸ ਤਰ੍ਹਾਂ ਚੱਲ ਰਿਹਾ, ਇਦਾਂ ਚੱਲਣਾ ਨਹੀਂ ਚਾਹੀਦਾ ਤੇ ਨਾ ਇਦਾਂ ਚੱਲ ਸਕਦਾ। ਬਿਲਕੁਲ। ਪ੍ਰਧਾਨ ਮੰਤਰੀ ਜੀ ਨੂੰ ਹੁਣ ਖੁਦ ਕਮਾਨ ਸੰਭਾਲ ਕੇ ਅੱਗੇ ਆਉਣਾ ਚਾਹੀਦਾ। ਕੋਈ ਨਾ ਕੋਈ ਰੈਡੀਕਲ ਸਟੈਪ ਇਹਦੇ ਵਾਸਤੇ ਚੱਕਣਾ ਪੈਣਾ। ਇਹਦੇ 'ਚ ਕਿਸੇ ਤਰ੍ਹਾਂ ਦੀ ਪ੍ਰਧਾਨ ਮੰਤਰੀ ਜੀ ਜਾਂ ਜੇ ਕੋਈ ਸਮਝੇ ਕਿ ਉਹਨਾਂ ਦੀ ਹੇਠੀ ਹੋਏਗੀ, ਇਹ ਨਹੀਂ ਹੈ। ਆਪਣੇ ਲੋਕਾਂ ਦੀ ਗੱਲ ਮੰਨ ਲੈਣੀ। ਜਿਹੜੇ ਲੋਕਾਂ ਨੇ ਤੁਹਾਨੂੰ ਚੁਣਿਆ ਹੈ ਵੋਟਾਂ ਪਾ ਕੇ ਡੈਮੋਕ੍ਰੈਟਿਕ ਤਰੀਕੇ ਨਾਲ, ਤੇ ਜਿਨ੍ਹਾਂ 'ਚ ਤੁਸੀਂ ਫਿਰ ਅਗਲੇ 5 ਸਾਲਾਂ ਦੀ ਕਚਹਿਰੀ 'ਚ ਜਾਣਾ ਹੈ ਆਪਣੀਆਂ ਪਾਲਿਸੀਆਂ ਨੂੰ ਲੈ ਕੇ, ਆਪਣੀਆਂ ਨੀਤੀਆਂ ਨੂੰ ਲੈ ਕੇ, ਜੇ ਉਹ ਤੁਹਾਨੂੰ ਕੋਈ ਗੱਲ ਕਹਿੰਦੇ ਆ ਕਿ ਇਹ ਸਾਡੇ ਹਿੱਤ 'ਚ ਨਹੀਂ ਹੈ, ਤੇ ਜੇ ਉਹਦਾ ਨਿਪਟਾਰਾ ਉਹਨਾਂ ਦੇ ਹਿਸਾਬ ਨਾਲ ਕਰ ਦਿੱਤਾ ਜਾਵੇ, ਜੇ ਨਹੀਂ ਲੱਗੇਗਾ ਚੰਗਾ ਤੇ ਫਿਰ ਤੁਸੀਂ ਕਿਸਾਨ ਇੰਨੇ ਤਾਂ ਵਿਸਲੇ ਨਹੀਂ ਹੈ ਕਿ ਉਹਨਾਂ ਨੂੰ ਆਪਣਾ ਹਿੱਤ ਜਾਂ ਆਪਣਾ ਹਿੱਤ ਪਤਾ ਨਾ ਹੋਵੇ। ਜੇ ਉਹਨਾਂ ਨੂੰ ਲੱਗੇਗਾ ਕਿ ਕਿਸਾਨ ਇਹ ਬਿੱਲਾਂ 'ਤੇ ਇੱਕ ਵੱਖਰੇ ਸੰਵਾਦ ਦੀ ਤੇ ਵੱਡੇ ਸੰਵਾਦ ਦੀ ਲੋੜ ਹੈ। ਇਹਨੂੰ ਸਸਪੈਂਡ ਕਰਕੇ ਬਿੱਲਾਂ ਨੂੰ ਥੋੜੀ ਦੇਰ ਵਾਸਤੇ ਇਹਦੇ 'ਚ ਸੰਵਾਦ ਬਣਾ ਕੇ ਇਹਨਾਂ 'ਚ ਆਮ ਰਾਏ ਤੇ ਸਹਿਮਤੀ ਬਣਾ ਕੇ ਹੱਲ ਹੋ ਸਕਦਾ ਹੈ। ਬਿਲਕੁਲ ਹੋ ਸਕਦਾ, ਕਰਨਾ ਵੀ ਚਾਹੀਦਾ। ਇੱਕ ਹੋਰ 26 ਤਰੀਕ ਦੀ ਤੁਸੀਂ ਗੱਲ ਕਿਹਾ ਵੀ ਕਿਸਾਨ ਜਿਹੜੇ ਟਰੈਕਟਰ ਰੈਲੀ ਕਰ ਰਹੇ ਨੇ, ਪਹਿਲੀ ਗੱਲ ਤਾਂ ਇਹ ਹੈ ਵੀ ਸਰਕਾਰ ਬਿਲਕੁਲ ਚਿੰਤਾ ਹੈਗੀ ਹੈ ਤਾਂ ਚਿੰਤਨ ਵੀ ਕਰੂਗੀ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਦੂਸਰੇ ਪਾਸੇ ਸਰਕਾਰ ਅਗਰ ਇਸੇ ਤਰ੍ਹਾਂ ਅੜੀ ਰਹੀ ਤਾਂ ਇਹ ਕਿਸਾਨਾਂ ਦਾ ਦਿੱਲੀ ਦੇ ਅੰਦਰ ਵੜਨਾ ਵੀ ਮੁਸ਼ਕਲ ਕਰ ਦੇਗੀ। ਇੱਕ ਮੌਕਾ ਨਹੀਂ ਤੁਸੀਂ ਸਮਝਦੇ ਵੀ ਅੱਜ ਅਸ ਪੰਜਾਬ ਤੇ ਹਰਿਆਣੇ ਨੂੰ ਕਹਿ ਦਿੱਤੇ ਆ ਵੀ ਪੰਜਾਬ ਤੇ ਹਰਿਆਣੇ ਦੇ ਕਿਸਾਨ ਹੈ ਜੀ, ਬਾਕੀ ਤਾਂ ਕਿਸਾਨ ਜਿਹੜੇ ਆ ਸਾਰੇ ਦੇ ਸਾਰੇ ਉਹ ਸਰਕਾਰ ਦੇ ਨਾਲ ਹੈ। ਇੱਕ ਇਹ ਮੌਕਾ ਨਹੀਂ ਕਿਸਾਨਾਂ ਨੂੰ ਕਿ ਇੱਕ ਆਵਾਜ਼ ਦੇਣ ਸਾਰੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਕਿ ਆਓ ਸਾਰੇ ਜਣੇ 26 ਜਨਵਰੀ ਨੂੰ ਦਿੱਲੀ ਦੇ ਵਿੱਚ ਆਓ, ਸਾਰੇ ਜਣੇ ਰਲ ਕੇ ਹਮਲਾ ਕਰੀਏ, ਤਾਂ ਹੀ ਇਹ ਜਿਹੜੇ ਸਰਕਾਰ ਦੇ ਹੁਣ ਸਰਕਾਰ ਤੇ ਦੂਜੇ ਪਾਸੇ ਬੈਠੀ ਹੈ ਜੀ ਤਿਆਰ। ਉਹ ਤਾਂ ਰੋਜ਼ ਕਿਸਾਨਾਂ ਦਾ ਕੋਈ ਨਾ ਕੋਈ ਦਲ ਕਿਤੇ ਨਾ ਕਿਤੇ ਤੋਂ, ਕੋਈ ਕੇਰਲਾ ਤੋਂ, ਕੋਈ ਮਹਾਰਾਸ਼ਟਰ ਤੋਂ ਆ ਰਿਹਾ, ਪ੍ਰਧਾਨ ਮੰਤਰੀ ਜੀ ਨੂੰ ਮਿਲਾ ਰਿਹਾ, ਫੋਟੋਆਂ ਖਿੱਚ ਕੇ ਅਖਬਾਰਾਂ 'ਚ ਆ ਰਿਹਾ ਕਿ ਕਿਸਾਨ ਤਾਂ ਜੀ ਬਹੁਤ ਖੁਸ਼ ਹੈ, ਬਹੁਤ ਖੁਸ਼ ਹੈ। ਕਿਸਾਨ ਤਾਂ ਜੀ ਨਾ ਬਿੱਲਾਂ ਦਾ ਬੜਾ ਸਮਰਥਨ ਕਰ ਰਿਹਾ। ਮੈਂ ਇਹੀ ਕਹਿ ਰਿਹਾ ਨਾ ਤੁਹਾਨੂੰ, ਬਿਲਕੁਲ ਇਸੇ ਗੱਲ ਕਰਕੇ ਕਹਿ ਰਿਹਾ। ਸਰਕਾਰ ਦੇ ਤਾਂ ਸਟੈਂਡ ਦੂਜੇ ਪਾਸੇ ਹੈ ਨਾ ਜੀ। ਤੇ ਇਹ 26 ਜਨਵਰੀ ਵਾਲਾ ਦੇਖੋ ਕਿੱਦਾਂ ਨਜਿੱਠ ਹੁੰਦਾ, ਕਿਉਂਕਿ ਗਣਤੰਤਰ ਹੈ। ਹੁਣ ਗਣਤੰਤਰ 'ਚ ਜੇ ਲੋਕਾਂ ਦੀ ਨਹੀਂ ਸੁਣੀ ਜਾਣੀ ਉਹ ਵੀ ਮਾੜੀ ਗੱਲ ਹੈ, ਤੇ ਗਣਤੰਤਰ ਜਿਹੜਾ ਸਾਡੇ ਦੇਸ਼ ਦਾ ਦਿਵਸ ਹੈ ਉਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਪਵੇ ਉਹ ਵੀ ਮਾੜੀ ਗੱਲ ਹੈ। ਇਸ ਕਰਕੇ ਮੈਂ ਕਹਿੰਦਾ ਕੋਈ ਨਾ ਕੋਈ ਵਿਚਕਾਰ ਦਾ ਰਾਹ ਜਿਹੜਾ ਲੱਭ ਕੇ ਹੈ, ਇਹਦਾ ਹੱਲ ਹੋਣਾ ਚਾਹੀਦਾ ਤਾਂ ਕਿ ਸਾਰੇ ਸੁੱਖ ਦਾ ਸਾਹ ਲੈਣ। ਰਾਣਾ ਜੀ, ਇੱਕ ਗੱਲ ਹੋਰ ਕਰੀਏ ਵੀ ਬੜੀ ਰਿਊਮਰਸ ਟਾਈਪ ਮਤਲਬ ਉੱਠ ਰਹੀ ਉਹਨਾਂ ਪਿੱਛੇ ਕਿਹਾ ਜਾ ਰਿਹਾ ਸੀ ਕਿ ਇੰਗਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਉਹ ਜਿਹੜੇ ਹੈ ਉਹ 26 ਜਨਵਰੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਭਾਰਤ ਆਉਣਗੇ। ਹਾਲਾਂਕਿ ਉਹਨਾਂ ਨੇ ਆਪਣਾ ਜਿਹੜਾ ਦੌਰਾ ਹੈ ਉਹ ਰੱਦ ਕਰ ਦਿੱਤਾ। ਕਾਰਨ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਆ ਇਸ ਦੇ ਪਿੱਛੇ ਕਾਰਨ ਜਿਹੜਾ ਹੈ ਉਹ ਕੋਵਿਡ-19 ਹੈ, ਦੂਸਰਾ ਦੌਰ ਜਿਹੜਾ ਬ੍ਰਿਟੇਨ 'ਚ ਹੋਇਆ। ਔਰ ਸਾਡੇ ਪੰਜਾਬੀਆਂ ਨੇ ਇੱਕ ਨਵਾਂ ਟ੍ਰੈਂਡ ਫੜ ਲਿਆ, ਉੱਥੇ ਦੇ ਮੀਡੀਆ ਜਿਹੜਾ ਸੋਸ਼ਲ ਮੀਡੀਆ ਲਈ ਬੈਠਾ ਹੈ ਵੀ ਇਹ ਤਾਂ ਜੀ ਪੰਜਾਬੀਆਂ ਦੀ ਜਿੱਤ ਹੋ ਗਈ, ਇਹ ਤਾਂ ਪੰਜਾਬੀਆਂ ਕਰਕੇ ਨਹੀਂ ਆਏ ਵੀ ਉਹ ਡਰ ਗਏ ਕਿਸਾਨਾਂ ਤੋਂ। ਪਹਿਲਾਂ ਗੱਲ ਕੀਤੀ ਜੀ WhatsApp ਯੂਨੀਵਰਸਿਟੀ, ਬਿਲਕੁਲ ਹਾਂ, ਕਿ ਤੁਹਾਡੇ ਮਨ 'ਚ ਬੈਠਿਆਂ ਕੋਈ ਖਿਆਲ ਆਇਆ ਤੇ ਤੁਸੀਂ ਫੇਸਬੁੱਕ ਤੇ ਪਾਤਾ ਯੈਸ, ਤੇ ਆਪਣੀ ਛਾਤੀ ਠੋਕੀ, ਮੁੱਛ ਨੂੰ ਤਾ ਦਿੱਤਾ ਕਿ ਤਾਂ ਜੀ ਸਾਡੇ ਕਰਕੇ ਹੋਇਆ। ਉਹ WhatsApp ਯੂਨੀਵਰਸਿਟੀ ਤੇ ਫੇਸਬੁੱਕ ਵਾਲੇ ਜਿਹੜੇ ਵੈਰੀਅਰ ਹੈ ਉਹਨਾਂ ਨੇ ਤਾਂ ਕਰਨਾ ਹੀ ਸੀ। ਪਰ ਅਸਲ 'ਚ ਬੋਰਿਸ ਜੌਨਸਨ ਨੇ ਵੀ ਕਿਹਾ ਹੈ, ਹੁਣ ਦੇਖੋ ਉਹਨਾਂ ਨੇ ਲੋਕਡਾਊਨ ਲਾਤਾ, ਬਿਲਕੁਲ 7 ਹਫ਼ਤਿਆਂ ਵਾਸਤੇ ਲੋਕਡਾਊਨ ਲਾਤਾ ਜੀ, ਸਭ ਚੀਜ਼ਾਂ ਬੰਦ ਹੋ ਗਈਆਂ ਉੱਥੇ। ਤੇ ਉਸ ਦੌਰਾਨ ਜੇ ਪ੍ਰਧਾਨ ਮੰਤਰੀ ਇੱਥੇ ਟਰੈਵਲ ਕਰੂਗਾ ਉਹਦੇ ਦੇਸ਼ ਦੇ ਲੋਕਾਂ ਨੇ ਵੀ ਉਹਦੇ ਤੇ ਸਵਾਲ ਖੜੇ ਕਰਨੇ ਆ, ਤੇ ਸਾਡੇ ਵਾਸਤੇ ਵੀ ਔਖਾ ਹੋਣਾ ਕਿਉਂਕਿ ਉੱਥੋਂ ਕਿੱਡਾ ਹਮਲਾ ਫੈਲਾ ਉਹਨਾਂ ਦੇ ਨਾਲ ਆਉਣਾ ਸੀ। ਇੱਥੇ ਕੁਆਰੰਟਾਈਨ ਕਰਨੇ ਪੈਣੇ ਸੀ, ਅਸੀਂ ਫਲਾਈਟਾਂ ਬੰਦ ਕੀਤੀਆਂ ਹੋਈਆਂ ਬ੍ਰਿਟੇਨ ਨਾਲ। ਸੋ ਇਹ ਦੋਹਾਂ ਪਾਸਿਆਂ ਤੋਂ ਸਮਝਦਾਰੀ ਹੈ ਕਿ ਬੋਰਿਸ ਜੌਨਸਨ ਹੋਰੀ ਕਿਹਾ ਕਿ ਉਹ ਟਰੈਵਲ ਨਹੀਂ ਕਰਨਗੇ ਇਹੋ ਜਿਹੇ ਦੌਰ 'ਚ ਜਦੋਂ ਉੱਥੇ ਜਿਹੜੀ ਹੈ
ਕਰੋਨਾ ਦੀ ਸੈਕੰਡ ਸਟ੍ਰੇਨ ਹੈ ਤੇ ਜਦੋਂ ਉਹਨਾਂ ਦਾ ਆਪਣਾ ਦੇਸ਼ ਜਿਹੜਾ ਹੈ ਉਹ ਜੂਝ ਰਿਹਾ, ਉੱਥੇ ਹਸਪਤਾਲ ਭਰੇ ਹੋਏ ਨੇ ਤੇ ਲੋਕ ਸਹਿਮੇ ਹੋਏ ਨੇ। ਸੋ ਹੁਣ ਚੈਸਟ ਥੰਪਿੰਗ ਤੁਸੀਂ ਕਿੰਨੀ ਮਰਜ਼ੀ ਕਰ ਲਓ ਕਿ ਸਾਡੇ ਕਰਕੇ ਹੋ ਗਿਆ ਜੀ, ਅਸੀਂ ਇੱਕ ਤੁਹਾਡੀ ਉਹ ਫੇਸਬੁੱਕ ਯੂਨੀਵਰਸਿਟੀ ਜਿਹਨੂੰ ਤੁਸੀਂ ਕਹਿੰਦੇ ਹੋ ਜਾਂ WhatsApp ਯੂਨੀਵਰਸਿਟੀ, ਉਹਨੇ ਇੱਕ ਹੋਰ ਬਣਾਇਆ ਸੀ, ਬੋਰਿਸ ਜੌਨਸਨ ਦੀ ਜਿਹੜੀ ਵਾਈਫ ਸੀ ਉਹ ਪੰਜਾਬੀ ਸੀਗੀ, ਉਹਨੇ ਤਲਾਕ ਲੈ ਲਿਆ ਸੀ ਉਹਦੇ ਨਾਲ, ਤਾਂ ਵੀ ਉਹ ਡਰਦਾ ਨਹੀਂ ਆਇਆ। ਚਲੋ ਸੋ ਅਜਿਹੀਆਂ ਰਿਊਮਰਸ ਨੇ ਦੋਸਤੋ, ਅਜਿਹਾ ਕੁਝ ਨਹੀਂ ਹੈ, ਸਿਰਫ ਇੰਟਰਸਟਿੰਗ ਬਣਾਉਣ ਦੇ ਲਈ ਸਮਝ ਕੇ ਜਿਹੜਾ ਹੈ ਉਹ ਬਾਈਪਾਸ ਕਰ ਦੇਣਾ ਚਾਹੀਦਾ, ਪੜ੍ਹ ਲੈਣਾ ਚਾਹੀਦਾ, ਪਰ ਇਹ ਤੇ ਬਹੁਤਾ ਅਮਲ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਜਿੱਦਾਂ ਮੈਂ ਪਹਿਲਾਂ ਕਿਹਾ, WhatsApp ਯੂਨੀਵਰਸਿਟੀ 'ਚ ਬਹੁਤ ਸਾਰਾ ਗਿਆਨ ਹੈ ਜਿਹੜਾ ਤੁਹਾਨੂੰ ਨਿਖੇੜਨਾ ਪੈਂਦਾ ਕਿ ਸਹੀ ਕੀ ਹੈ ਤੇ ਗਲਤ ਕੀ ਹੈ। ਇਹ ਵੈਸੇ ਇੱਕ ਗੱਲ ਹੈ ਵੀ ਇਹੀ ਯੂਨੀਵਰਸਿਟੀ ਜਿਹੜੇ ਲੋਕ ਜਿਹੜੇ ਆ ਉਹ ਜ਼ਿਆਦਾਤਰ ਸਰਕਾਰ ਨੂੰ ਤੇ ਕਿਸਾਨਾਂ ਨੂੰ ਨੇੜੇ ਵੀ ਨਹੀਂ ਹੋਣ ਦੇ ਪਾ ਰਹੇ। ਬਿਲਕੁਲ ਕੋਈ ਨਾ ਕੋਈ ਇਦਾਂ ਦੀਆਂ ਪੋਸਟਾਂ ਪਾ ਕੇ ਕੋਈ ਨਾ ਕੋਈ ਇਦਾਂ ਦਾ ਜਿਹੜਾ ਹੈ ਕ੍ਰੀਏਟ ਕਰ ਰੱਖਣਾ ਕਿ ਜਿਹਦੇ ਨਾਲ ਮਾਹੌਲ ਸਾਵਾਂ ਨਾ ਹੋ ਕੇ ਜਿਹੜਾ ਉਹ ਚਾਰਜਡ ਐਟਮੋਸਫੀਅਰ ਹਰ ਵੇਲੇ ਰਹੇ। ਸੋ ਅਜਿਹੀ ਕੋਈ ਗੱਲ ਨਹੀਂ ਹੈ। ਬੋਰਿਸ ਜੌਨਸਨ ਕੇਵਲ ਇਸ ਲਈ ਰਹੇ ਕਿਉਂਕਿ ਉਹਨਾਂ ਦੇ ਦੇਸ਼ ਦੇ ਵਿੱਚ ਸੈਕੰਡ ਸਟ੍ਰੇਨ ਜਿਹੜਾ ਆਇਆ ਉਸ ਦੇ ਕਾਰਨ ਉਹਨਾਂ ਨੇ ਲਾਕਡਾਊਨ ਜਿਹੜਾ 7 ਹਫ਼ਤਿਆਂ ਦਾ ਕਰ ਰੱਖਿਆ ਹੈ। ਪਹਿਲੀ ਸ਼ਰਤ ਇਹ ਹੈ ਵੀ ਉਹ ਆਪਣਾ ਦੇਸ਼ ਨਹੀਂ ਸੀ ਛੱਡ ਸਕਦੇ। ਦੂਸਰੀ ਗੱਲ ਇਹ ਹੈ ਵੀ ਅਸੀਂ ਬ੍ਰਿਟਨ ਦੀਆਂ ਜਿਹੜੀਆਂ ਫਲਾਈਟਸ ਨੇ ਜਦੋਂ ਉਹਨਾਂ 'ਤੇ ਪਾਬੰਦੀ ਲਾ ਰਹੀ ਹੈ, ਉੱਥੋਂ ਆਉਣ ਵਾਲੇ ਜਿਹੜੇ ਮੁਸਾਫਰ ਨੇ ਉਹਨਾਂ ਨੂੰ ਅਸੀਂ 14 ਦਿਨ ਲਈ ਕੁਆਰੰਟਾਈਨ ਕਰ ਦਿੱਤਾ, ਤੇ ਇਹਦਾ ਬਹੁਤ ਅਮਲਾ ਆਉਣਾ ਸੀ ਨਾਲ ਉਹਨਾਂ ਦੇ। ਫਿਰ 14 ਦਿਨ ਪਹਿਲਾਂ ਉਹਨਾਂ ਨੂੰ ਕੁਆਰੰਟਾਈਨ ਕਰਨਾ ਪੈਣਾ ਸੀ ਨਾ, ਤਾਂ ਹੀ ਤਾਂ ਉਹ ਆ ਸਕਦੇ ਸੀ ਮੁੱਖ ਮਹਿਮਾਨ ਬਣ ਕੇ। ਸੋ ਅਜਿਹੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਤੋ ਰਾਣਾ ਜੀ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਸਮੇਂ ਦਾ, ਕਿਉਂਕਿ ਸਮਾਂ ਹੋ ਗਿਆ ਹੁਣ ਆਗਿਆ ਲੈਣ ਦਾ। ਦੋਸਤੋ ਤੁਹਾਡੇ ਤੋਂ ਆਗਿਆ ਲੈਣ ਤੋਂ ਪਹਿਲਾਂ ਇੱਕ ਉਹ ਬੇਨਤੀ ਮੈਂ ਤੁਹਾਨੂੰ ਕਰਨਾ ਕਿ ਜਿਨ੍ਹਾਂ ਲੋਕਾਂ ਨੇ ਹਾਲੇ ਤੱਕ SDTV ਪ੍ਰਾਈਮ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵਾਲਾ ਸਵਿਚ ਜਿਹੜਾ ਹੈ ਦਾਵੜਾ ਜੀ, ਕਈਆਂ ਨੂੰ ਪਤਾ ਨਹੀਂ ਹੁੰਦਾ ਕਿ ਸਬਸਕ੍ਰਾਈਬ ਕਰਨਾ ਕਿੱਦਾਂ, ਤੁਸੀਂ ਉਹ ਪ੍ਰੋਸੀਜਰ ਵੀ ਤਾਂ ਦੱਸ ਦਿਆ ਕਰੋ। ਪ੍ਰੋਸੀਜਰ ਬੜਾ ਸਾਫ਼ ਹੈ। ਜਦੋਂ ਤੁਸੀਂ SDTV ਪ੍ਰਾਈਮ ਦੇ YouTube ਦੇ ਉੱਤੇ SDTV ਪ੍ਰਾਈਮ ਨੂੰ ਸਰਚ ਕਰੋਗੇ ਤਾਂ SDTV ਪ੍ਰਾਈਮ ਖੁੱਲ ਜਾਏਗਾ। ਉਸ ਦੇ ਵਿੱਚ ਜਦੋਂ ਸਾਡੀਆਂ ਵੀਡੀਓਜ਼ ਆ ਜਾਣਗੀਆਂ ਤਾਂ ਉੱਤੇ ਇੱਕ ਸਬਸਕ੍ਰਾਈਬ ਲਿਖਿਆ ਲਫ਼ਜ਼ ਵੀ ਆਏਗਾ, ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਬੈਲ ਆਈਕਨ ਬਣ ਜਾਏਗਾ। ਘੰਟੀ ਬਣੀ ਹੁੰਦੀ ਹੈ, ਹਾਂ, ਬੈਲ ਆਈਕਨ ਘੰਟੀ ਵਾਲਾ ਜਿਹੜਾ ਹੈ ਉਹ ਆਈਕਨ ਬਣਿਆ ਹੋਏਗਾ, ਉਸ ਦੇ ਉੱਪਰ ਲਿਖਿਆ ਹੋਏਗਾ ਆਲ ਜਿਹੜਾ ਹੈ ਉਹਨੂੰ ਜ਼ਰੂਰ ਔਨ ਪੁਸ਼ ਕਰ ਦੇਣਾ ਤਾਂ ਕਿ ਸਾਡੇ ਜਿਹੜੇ ਪ੍ਰੋਗਰਾਮ ਹੈ ਉਹ ਤੁਹਾਡੇ ਤੱਕ। ਜਦੋਂ ਤੁਸੀਂ ਸਬਸਕ੍ਰਾਈਬ ਕਰ ਲੈਂਦੇ ਦਾਵੜਾ ਜੀ, ਮੇਰੇ ਖਿਆਲ 'ਚ ਬ੍ਰਾਈਟ ਹੋ ਜਾਂਦਾ ਬੈਲ ਆਈਕਨ। ਹਾਂ ਬਿਲਕੁਲ, ਉਹ ਬਲੈਕ ਹੋ ਜਾਂਦਾ, ਬਿਲਕੁਲ ਹੋ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਤਾਂ ਉਹ ਵਾਈਟ ਹੁੰਦਾ। ਜਦੋਂ ਤੁਸੀਂ ਉਹਨੂੰ ਲਾਈਕ, ਜਿਸ ਤਰ੍ਹਾਂ ਲਾਈਕ ਕਰਾਂਗੇ ਆਪਾਂ, ਲਾਈਕ ਕਰਨ ਤੋਂ ਬਾਅਦ ਬ੍ਰਾਈਟ ਹੋ ਜਾਂਦਾ ਹੈ ਪੂਰਾ ਬਲੈਕ, ਇਸੇ ਤਰ੍ਹਾਂ ਉਹ ਵੀ ਹੋ ਜਾਂਦਾ ਹੈ। ਸੋ ਦੋਸਤੋ, ਜਿੱਥੇ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ, ਉੱਥੇ ਰਹਿਣਾ ਹੀ ਤੁਹਾਡਾ ਵੀ ਬਹੁਤ ਧੰਨਵਾਦ। ਹੁਣ ਲੈਂਦੇ ਆ ਗਿਆ, ਨਮਸਕਾਰ।